वल्लभ वल्लभ ਓ ਮੋਟਾ ਭਾਈ ਤੁਸੀਂ ਇੱਥੇ ਅੱਜ ਤੁਹਾਡੇ ਨਾਲ ਅਦਾਲਤ 'ਚ ਮੁਲਾਕਾਤ ਹੀ ਨਹੀਂ ਹੋਈ ਆਓ ਬੈਠੋ वल्लभ मुलाकात तद होंगी कि तेरे को समा होंदा पर चिंता ना कर लोग तेरे हर एक पल की खबर मैनू पहुँचा देंगे ने अज भी चाह पिलानी पई मैनू सारिਆਂ ਨੂੰ ਚਾਹ ਪਿਲਾਉਣੀ ਪਈ ਉਹ ਕਿਉਂ ਬਈ हर कोई अज तेरी चर्चा कर रहा सी गोरे जज नूं दिन 'ਚ ही तारे दिखा दिते तू बहुत वड्डा ना हो रहा अजकल वल्लभ तेरा अहमदाबाद 'ਚ सारे जने यही कहते हैं कि जे बहस करना सीखना होए तो वकील वल्लभ भाई पटेल तो सीखो अदालत का वो केस तो तू जित लिया वल्लभ तो अगे भी जितदा ही रहेगा ये मैनू यकीन है पर यह केस ये तो तेनू हार के दिखाना पेगा ਕਿਹੜਾ ਕੇਸ ਮੋਟਾ ਭਾਈ ਗੋਲ-ਮੋਲ ਗੱਲਾਂ ਨਾ ਕਰੋ ਮੇਰੇ ਨਾਲ ਇਹ ਕੀ ਹੈ ਤੁਹਾਡੇ ਹੱਥ ਵਿੱਚ तू वल्लभ भाई तो मैं विठल भाई दोवां की चिट्ठी वी एंड पटेल के नाम से आती है अज डाक विभाग की गलती कारण ये चिट्ठी मैनू मिल गई तो मैं खोल भी ली इस मैं तेरे को आया लंडन के मिडल टैंपल यूनिवर्सिटी वकालत की उचेरी सिक्ख्या लिए तू जी अर्जी भेजी सी वो प्रवान कर ली गई है तेनू दाखला मिल गया सच्ची दिखाओ तो जरा वाकई वाकई ये तो बड़ी खुशी की गल है एक बार इथों पढ़ाई करके मुड़ आवा फिर देखना मोटा भाई तुहाडा ये वल्लभ किन्ना बड़ा बैरिस्टर बन जाऊगा की होया मोटा भाई तुहानू खुशी नहीं हुई इस गल ते तुसी शायद कुछ होर कहण या दसन आए सी मतलब बैरिस्टर बनने लई लंडन जाने का सुपना तो मेरा भी है मैं वड्डा ते तू छोटा तेरे को अजे बहुत सभा बाकी है पर मेरी उम्र निकल रही है जे तू पहला चला गया तो फिर शायद मैं कदे भी नहीं जा सकांगा लंडन जाके बैरिस्टर बनने का मेरा सुपना ही रह जाएगा तो फिर लोग की कहेंगे कि वड्डे भरा दे वस्ती नहीं सी बैरिस्टरी की पढ़ाई कि ऐसा नहीं हो सकता कि पहला मैं चला जावां तो मेरे मुड़ आउण ते तू चला जावे ਤਾਂ ਇਸ ਕੇਸ ਨੂੰ ਹਾਰਨ ਦੀ ਗੱਲ ਕਰ ਰਹੇ ਸੀ ਤੁਸੀਂ ਬਸ ਮੋਟਾ ਭਾਈ ਇੰਨੀ ਛੋਟੀ ਜਿਹੀ ਗੱਲ ਫੈਸਲਾ ਹੋ ਗਿਆ ਬੜੀ ਖੁਸ਼ੀ ਨਾਲ ਜਾਓ ਤੇ ਜਲਦੀ ਬੈਰਿਸਟਰ ਬਣ ਕੇ ਵਾਪਸ ਪਰਤੋ ਪਰ ਮੋਟਾ ਭਾਈ ਇਸ ਕਾਗਜ਼ ਅਤੇ ਟਿਕਟ ਦੇ ਮੁਤਾਬਿਕ ਤਾਂ ਤੁਹਾਨੂੰ ਕੱਲ੍ਹ ਹੀ ਬੰਬਈ ਪਹੁੰਚਣਾ ਪਊ परसों सवेरे जहाज चलन का समय है कल क्यों अज ही मैं तो हुणे ही जान ली तैयार हाँ पर तेरी भरजाई कली मोटा भाई तुसी बेफिक्र होके जाओ बैरिस्टर बन के आओ भरजाई नूं बिल्कुल भी तकलीफ नहीं होण देंगा इस गल की भी फिक्र नहीं करनी भरजाई ते मां विचकार खटपट भी नहीं होण देंगा चलो तुसी जान की तैयारी करो चलो जी ऑर्डर ऑर्डर मुकदमे की कार्रवाई शुरू की जाए तुहाडा नाम हरीश चंद्र पटेल निवास बरसत तहसील जिला खेड़ा उम्र लगभग 45 साल किता खेती सरपंच ठीक है मैं जी तुसी 2 बार अपना बयान लिखवाया दोहां बयानां 'ਚ 20 ਦਿਨਾਂ ਦਾ ਫਰਕ ਸੀ ਤੁਹਾਡੇ ਪਹਿਲੇ ਬਿਆਨ 'ਚ ਕਾਤਲਾਂ ਦੇ ਨਾਂ ਕੁਝ ਹੋਰ ਸਨ ਤੇ ਦੂਸਰੇ ਬਿਆਨ ਦੇ ਵਿੱਚ ਨਾਂ ਕੁਝ ਹੋਰ ਕੀ ਇਸ ਦਰਮਿਆਨ ਕਾਤਲਾਂ ਨੇ ਆਪਣੇ ਨਾਂ ਬਦਲ ਲਏ
ਵਕੀਲ ਸਾਹਿਬ, ਮ੍ਰਿਤਕ ਦੇ ਪਿਤਾ ਨੇ ਪਹਿਲੇ ਦਿੱਤੇ ਬਿਆਨ 'ਚ 2 ਨਾਂ ਦਿੱਤੇ ਸਨ। ਉਹੀ ਮੈਂ ਦੱਸੇ। ਬਾਅਦ 'ਚ ਹੋਇਆ ਹੈ ਕਿ ਮ੍ਰਿਤਕ ਦੀ ਮਾਂ ਨੇ 2 ਨਾਂ ਦਿੱਤੇ ਤੇ ਕਿਹਾ ਕਿ ਖੂਨ ਇਹਨਾਂ ਦੋਹਾਂ ਨੇ ਕੀਤਾ ਸੀ। ਇਸੇ ਲਈ ਦੂਜੀ ਵਾਰ ਦੇ ਬਿਆਨ 'ਚ ਉਹਨਾਂ ਦੇ ਨਾਂ ਬੋਲ ਦਿੱਤੇ। ਬਹੁਤ ਅੱਛੇ, ਬਹੁਤ ਹੀ ਅੱਛੇ। ਵੈਸੇ ਤੁਹਾਨੂੰ ਕਾਤਲਾਂ ਦੇ ਨਾਂ ਬਦਲਣ ਦੇ ਬਦਲੇ ਕਿੰਨੇ ਕੁ ਰੁਪਈਏ ਮਿਲੇ? ਸੱਚ ਤਾਂ ਦੱਸਣਾ। ਰੁਪਈਏ? ਨਹੀਂ ਨਹੀਂ, ਅਜਿਹਾ ਕੁਝ ਨਹੀਂ ਹੈ ਵਕੀਲ ਸਾਹਿਬ। ਧਰਮ ਨਾਲ ਮੈਂ ਕੋਈ ਰੁਪਈਆ ਨਹੀਂ ਲਿਆ। ਤਦ ਤਾਂ ਤੁਸੀਂ ਧਰਮਰਾਜ ਦੇ ਅਵਤਾਰ ਲੱਗਦੇ ਹੋ ਮੈਨੂੰ। ਪਰ ਮੈਂ ਤੁਹਾਡੇ ਵਰਗੇ ਪੁਲਿਸ ਪਟੇਲਾਂ ਨੂੰ ਭਲੀ ਭਾਂਤੀ ਜਾਣਦਾ। ਤੁਸੀਂ ਲੋਕ ਕਤਲ ਕਰਵਾਉਂਦੇ ਹੋ, ਖੜੀ ਫਸਲ ਸਾੜ ਦਿੰਦੇ ਹੋ, ਚਿੱਠੀਆਂ ਭੇਜ ਕੇ ਧਮਕੀਆਂ ਦਿੰਦੇ ਹੋ, ਚੋਰੀਆਂ ਕਰਵਾਉਂਦੇ ਹੋ। ਰੱਬ ਨੂੰ ਸਾਖੀ ਮੰਨ ਕੇ ਗਵਾਹੀ ਦੇ ਰਹੇ ਹੋ ਤੁਸੀਂ। ਇਸ ਲਈ ਪਹਿਲੀ ਤੇ ਆਖਰੀ ਵਾਰ ਚੇਤਾਵਨੀ ਦੇ ਰਿਹਾ ਕਿ ਸੱਚ ਬੋਲਣਾ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਝੂਠੇ ਲੋਕਾਂ ਦੀ ਪੋਲ ਖੋਲਣੀ ਮੈਂ ਚੰਗੀ ਤਰ੍ਹਾਂ ਜਾਣਦਾ। ਉਸ ਤੋਂ ਬਾਅਦ ਤੁਹਾਡੀ ਕਿੰਨੀ ਮਾੜੀ ਹਾਲਤ ਹੋਊਗੀ ਤੁਸੀਂ ਸੋਚ ਵੀ ਨਹੀਂ ਸਕਦੇ। ਜੀ ਹਜ਼ੂਰ। ਹਾਂ, ਤੇ ਹੁਣ ਬਿਨਾਂ ਅਦਾਲਤ ਦਾ ਸਮਾਂ ਗਵਾਏ ਸੱਚ ਬਿਆਨ ਕਰ ਦਿਓ। ਗੱਲ ਦਰਅਸਲ ਇਹ ਹੈ, ਬਿਆਨ ਦੇਣ 'ਚ ਮੈਥੋਂ ਭੁੱਲ ਹੋ ਗਈ ਸਾਹਿਬ। ਤੂੰ ਤੇ ਸੱਚਮੁੱਚ ਧਰਮਰਾਜ ਦਾ ਅਵਤਾਰ ਹੈ ਬਈ। ਮਾਈ ਲਾਰਡ, ਇਸ ਖੂਨ ਦੇ ਇਲਜ਼ਾਮ 'ਚ ਜਿਨ੍ਹਾਂ 2 ਭਰਾਵਾਂ ਦਾ ਨਾਮ ਬਿਆਨ ਦਰਜ ਹੈ, ਉਹਨਾਂ ਖਿਲਾਫ ਪਹਿਲਾ ਨਜ਼ਰੇ ਸਬੂਤ ਨਾ ਹੋਣ ਦੇ ਬਾਅਦ ਅਦਾਲਤ ਵੱਲੋਂ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਨਹੀਂ ਕੀਤਾ ਗਿਆ। ਜ਼ਮਾਨਤ ਦੀ ਅਰਜ਼ੀ ਇਸ ਲਈ ਮਨਜ਼ੂਰ ਨਹੀਂ ਕੀਤੀ ਗਈ ਕਿਉਂਕਿ ਪੁਲਿਸ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਮੁਲਜ਼ਮ ਫਰਿਆਦੀ ਪੱਖ ਦੇ ਸਬੂਤਾਂ ਨਾਲ ਛੇੜਖਾਨੀ ਕਰਨਗੇ, ਗੋਲਮਾਲ ਕਰਨਗੇ। ਮੈਲੋਡ, ਵਕੀਲ ਬਲਬ ਭਾਈ ਪਟੇਲ ਦੇ ਘਰੋਂ ਟੈਲੀਗ੍ਰਾਮ ਆਇਆ ਹੈ। ਜੇ ਆਗਿਆ ਹੋਵੇ ਤਾਂ ਦੇ ਦਿਆਂ। ਕੀ ਇਸ ਲਈ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ? ਮੈਲੋਡ, ਟੈਲੀਗ੍ਰਾਮ ਬਹੁਤ ਜ਼ਰੂਰੀ ਵੀ ਹੋ ਸਕਦੀ ਹੈ। ਇਸ ਲਈ ਲਿਆਓ, ਦਿਓ ਮੈਨੂੰ। ਮਾਈ ਲਾਰਡ, ਪੁਲਿਸ ਆਪਣੀ ਦਲੀਲ 'ਚ ਇਹ ਵੀ ਕਹਿੰਦੀ ਹੈ ਕਿ ਇਹ ਕੇਸ ਕਿਉਂਕਿ ਖੇੜਾ ਜ਼ਿਲ੍ਹੇ ਦਾ ਹੈ, ਇਸ ਲਈ ਮੁਲਜ਼ਮ ਨੂੰ ਖਤਰਨਾਕ ਮੰਨਿਆ ਜਾਣਾ ਚਾਹੀਦਾ ਹੈ। ਮਾਈ ਲਾਰਡ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਅਦਾਲਤ 'ਚ ਖੇੜਾ ਜ਼ਿਲ੍ਹੇ ਦੇ ਕਿਸੇ ਵੀ ਮੁਲਜ਼ਮ ਨੂੰ ਢੁਕਵਾਂ ਇਨਸਾਫ ਮਿਲਦਾ ਹੀ ਨਹੀਂ। ਥੋੜੇ ਬਹੁਤ ਸਬੂਤ ਹੋਣ ਤੇ ਵੀ ਉਹਨਾਂ ਨੂੰ ਸਜ਼ਾ ਹੀ ਹੋਣੀ ਹੈ ਕਿਉਂਕਿ ਮੁਲਜ਼ਮ ਖੇੜਾ ਜ਼ਿਲ੍ਹੇ ਦਾ ਹੈ। ਇਹੀ ਇਸ ਕੇਸ 'ਚ ਵੀ ਹੋ ਰਿਹਾ ਹੈ। ਇਸ ਕੇਸ 'ਚ ਵੀ ਜਿੱਥੇ ਪਹਿਲੀ ਨਜ਼ਰ ਦੇ ਤਹਿਤ ਸਬੂਤ ਹੈ ਹੀ ਨਹੀਂ, ਤਾਂ ਵੀ ਅਦਾਲਤ ਮੇਰੇ ਮੁਵੱਕਿਲ ਦੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਨਹੀਂ ਕਰ ਰਹੀ ਕਿਉਂਕਿ ਉਹ ਖੇੜਾ ਜ਼ਿਲ੍ਹੇ ਦਾ ਹੈ। ਮਿਸਟਰ ਪਟੇਲ, ਤੁਸੀਂ ਕੋਰਟ ਦੇ ਖਿਲਾਫ ਸੀਰੀਅਸ ਆਰੋਪ ਲਗਾ ਰਹੇ ਹੋ। ਕੋਰਟ ਅਜਿਹਾ ਕਰਨ ਤੇ ਮਜਬੂਰ ਕਰ ਰਹੀ ਹੈ ਮਾਈ ਲਾਰਡ। ਇਨਸਾਫ ਜੇ ਮਨੁੱਖ ਦੇ ਰੰਗ ਰੂਪ ਜਾਂ ਜਗ੍ਹਾ ਦੇ ਹਿਸਾਬ ਨਾਲ ਬਦਲਣ ਲੱਗੇ ਤਾਂ ਬੋਲਣਾ ਹੀ ਪੈਂਦਾ ਹੈ ਮਾਈ ਲਾਰਡ, ਬੋਲਣਾ ही पैंदा है। चर्चा विचार और दोनों साइड्स को सुनने के बाद कोर्ट आरोपियों को जमानत देने का फैसला करती है। थैंक यू माय लॉर्ड, थैंक यू वेरी मच। ਵਾਹ ਵੱਲਭ ਭਾਈ ਵਾਹ, ਵਧਾਈ ਹੋਵੇ। ਤੁਸੀਂ ਬਹੁਤ ਹੀ ਚੰਗੀ ਬਹਿਸ ਕੀਤੀ ਹੈ। ਸਾਨੂੰ ਸਾਰਿਆਂ ਨੂੰ ਤਾਂ ਐਂ ਲੱਗਦਾ ਸੀ ਕਿ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਤਾਂ ਪੱਕੀ ਮਿਲੇਗੀ, ਪਰ ਤੁਸੀਂ ਬਚਾ ਲਿਆ। ਕੀ ਗੱਲ ਹੈ ਵੱਲਭ ਭਾਈ, ਤੁਹਾਡੀ ਤਬੀਅਤ ਅੱਜ ਠੀਕ ਨਹੀਂ ਲੱਗ ਰਹੀ। ਸਭ ਠੀਕ ਤਾਂ ਹੈ? ਨਾਲੇ ਉਹ ਟੈਲੀਗ੍ਰਾਮ ਕਾਹਦਾ ਸੀ? ਟੈਲੀਗ੍ਰਾਮ ਟੈਲੀਗ੍ਰਾਮ 'ਚ ਮੇਰੀ ਪਤਨੀ ਦੇ ਮਰ ਜਾਣ ਦੀ ਖਬਰ ਸੀ। ਕੀ ਇਹ ਖਬਰ
ਇਹ ਖਬਰ ਮਿਲ ਜਾਣ ਤੇ ਵੀ ਤੁਸੀਂ ਟੈਲੀਗ੍ਰਾਮ ਪੜ੍ਹ ਕੇ ਜੇਬ 'ਚ ਰੱਖ ਲਈ ਤੇ ਆਪਣੇ ਮੁਵੱਕਿਲ ਦੀ ਪੈਰਵੀ ਕਰਦੇ ਰਹੇ। ਕਮਾਲ ਹੈ ਵੱਲਭ ਭਾਈ, ਕਮਾਲ ਹੈ। ਇੱਕ ਦੀ ਜ਼ਿੰਦਗੀ ਤਾਂ ਬਚਾ ਨਾ ਸਕਿਆ, ਸੋਚਿਆ ਦੂਜੇ ਦੀ ਤਾਂ ਬਚਾ ਲਵਾਂ। ਚੰਗਾ, ਮੈਂ ਚੱਲਦਾ ਹੁਣ। ਵੱਲਭ, ਕੱਲ ਮੈਂ ਤੈਨੂੰ ਮਿਲਣ ਲਈ ਤੇਰੇ ਰੂਮ 'ਚ ਗਿਆ ਸੀ। ਤੇਰੇ ਰੂਮਮੇਟ ਨੇ ਦੱਸਿਆ ਕਿ ਤੂੰ ਪੁਲਿਸ ਸਟੇਸ਼ਨ ਗਿਆ। ਚੱਕਰ ਕੀ ਹੈ ਭਰਾ? ਪੁਲਿਸ ਸਟੇਸ਼ਨ ਕਿਉਂ ਗਿਆ ਸੀ? ਫਰਿਆਦੀ ਬਣਨ। ਫਰਿਆਦੀ? ਕਿਸ ਗੱਲ ਦੀ ਫਰਿਆਦ ਕਰਨ ਗਿਆ ਸੀ? ਰੋਹਿਤ ਭਰਾ, ਇੱਕ ਔਰਤ ਨੂੰ ਨਿਆਂ ਦਿਵਾਉਣ ਦੀ ਫਰਿਆਦ ਕਰਨ ਗਿਆ ਸੀ। ਔਰਤ ਨੂੰ ਨਿਆਂ ਦਿਵਾਉਣ ਦੀ ਫਰਿਆਦ? ਓਏ, ਤੈਨੂੰ ਲੰਡਨ ਆਇਆ ਜੇ 3 ਦਿਨ ਹੋਏ ਨੇ ਅਤੇ ਤੂੰ ਪੁਲਿਸ ਸਟੇਸ਼ਨ ਦੀ ਪੌੜੀਆਂ ਵੀ ਚੜ੍ਹ ਗਿਆ। ਇੱਕ ਗੱਲ ਦੱਸਾਂ, ਭਾਰਤ ਤੋਂ ਆਉਣ ਵਾਲਾ ਕੋਈ ਵੀ ਵਿਦਿਆਰਥੀ ਇੱਥੇ ਪੁਲਿਸ ਸਟੇਸ਼ਨ ਦੇ ਰਿਕਾਰਡ 'ਚ ਆਪਣਾ ਨਾਂ ਨਹੀਂ ਲਿਖਵਾਉਂਦਾ। ਅਜੇ ਤੱਕ ਮੈਂ ਤਾਂ ਇਹ ਸੁਣਿਆ ਨਹੀਂ। ਤੂੰ ਪਹਿਲਾ ਸਟੂਡੈਂਟ ਹੈ ਜਿਹੜਾ ਅਜਿਹਾ ਕੰਮ ਕਰ ਰਿਹਾ। ਦੇਖ, ਅਸੀਂ ਤਾਂ ਇਸ ਦੇਸ਼ 'ਚ ਪੜ੍ਹਨ ਲਈ ਆਏ ਹਾਂ, ਬਸ, ਇਸ ਤੋਂ ਜ਼ਿਆਦਾ ਕੁਝ ਨਹੀਂ। ਠੀਕ ਕਹਿ ਰਿਹਾ ਤੂੰ। ਅਸੀਂ ਇੱਥੇ ਪੜ੍ਹਾਈ ਕਰਨ ਲਈ ਆਏ ਹਾਂ। ਪੜ੍ਹਾਈ ਪੂਰੀ ਕਰਕੇ ਵਾਪਸ ਭਾਰਤ ਪਰਤਣਾ ਹੈ ਤੇ ਚੰਗੀ ਜਿਹੀ ਸਰਕਾਰੀ ਨੌਕਰੀ ਕਰਨੀ ਹੈ। ਸੱਤਾ, ਇੱਜ਼ਤ, ਮਾਣ, ਗੱਡੀ, ਬੰਗਲਾ, ਨੌਕਰ, ਚਾਕਰ ਅਤੇ ਧਨ ਦੌਲਤ ਸਭ ਸਾਡਾ ਇੰਤਜ਼ਾਰ ਕਰ ਰਹੇ ਨੇ। ਪਰ ਵਕੀਲ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਅਨਿਆਂ ਦਾ ਵਿਰੋਧ ਕਰਾਂ, ਤੇ ਮੈਂ ਇਹੀ ਕੀਤਾ ਹੈ। ਕੌਣ ਹੈ ਇਹ ਔਰਤ ਜਿਹਦੀ ਫਰਿਆਦ ਕਰਨ ਗਿਆ ਸੀ? ਪਤਾ ਨਹੀਂ, ਮੇਰੇ ਹੀ ਅਪਾਰਟਮੈਂਟ 'ਚ ਰਹਿੰਦੀ ਹੈ। ਜਿਸ ਦਿਨ ਇੱਥੇ ਪੁੱਜਿਆ ਬਹੁਤ ਜ਼ਿਆਦਾ ਥੱਕਿਆ ਹੋਇਆ ਸੀ। ਬੈੱਡ ਤੇ ਲੇਟਦਿਆਂ ਹੀ ਕਦ ਮੇਰੀ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਾ। ਪਰ ਰਾਤ ਨੂੰ ਅਚਾਨਕ ਮੇਰੀ ਅੱਖ ਖੁੱਲ ਗਈ। ਇੱਕ ਔਰਤ ਰੋ ਰਹੀ ਸੀ ਉੱਪਰਲੀ ਮੰਜ਼ਿਲ ਤੇ। ਦੂਜੀ ਰਾਤ ਵੀ ਉਸੇ ਹੀ ਔਰਤ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਵਿਚਾਰੀ ਰੋ ਰੋ ਕੇ ਕਿਸੇ ਨੂੰ ਕਹਿ ਰਹੀ ਸੀ, ਮੇਰਾ ਕੀ ਕਸੂਰ ਹੈ, ਮੈਨੂੰ ਮਾਫ ਕਰ ਦਿਓ। ਮੈਨੂੰ ਲੱਗਿਆ ਉਹ ਔਰਤ ਕਿਸੇ ਮੁਸੀਬਤ 'ਚ ਹੈ। ਪੂਰੀ ਰਾਤ ਉਸ ਔਰਤ ਦੇ ਰੋਣ ਦੀ ਆਵਾਜ਼ ਆਉਂਦੀ ਰਹੀ। ਮੈਂ ਇੱਕ ਪਲ ਵੀ ਸੋ ਨਾ ਸਕਿਆ ਅਤੇ ਸਵੇਰ ਹੁੰਦੇ ਹੀ ਮੈਂ ਨੇੜੇ ਦੇ ਪੁਲਿਸ ਸਟੇਸ਼ਨ ਪਹੁੰਚ ਗਿਆ ਅਤੇ ਉਸ ਔਰਤ ਦੇ ਬਾਬਤ ਦੱਸਿਆ। ਫਰਿਆਦੀ ਬਣ ਕੇ ਵਕੀਲ ਦੀ ਭਾਸ਼ਾ 'ਚ ਫਰਿਆਦ ਕੀਤੀ। ਪੁਲਿਸ ਨੇ ਨਾਲ ਜਾ ਕੇ ਘਰ ਵਿੱਚ ਕੈਦੀ ਬਣਾਈ ਗਈ ਜ਼ੰਜੀਰਾਂ 'ਚ ਜਕੜੀ ਹੋਈ ਉਸ ਪੀੜਤ ਔਰਤ ਨੂੰ ਮੁਕਤ ਕਰਵਾਇਆ। ਬਸ ਇੰਨੀ ਕੁ ਗੱਲ ਹੈ। ਤੂੰ ਇਸ ਨੂੰ ਛੋਟੀ ਜੀ ਗੱਲ ਕਹਿ ਰਿਹਾ? ਓਏ, ਪਹਿਲਾਂ ਆਪਣੀ ਥਾਂ ਆਪਣੇ ਵੱਡੇ ਭਰਾ ਬਿੱਠਲ ਭਾਈ ਨੂੰ ਬੈਰਿਸਟਰ ਦੀ ਪੜ੍ਹਾਈ ਕਰਨ ਲਈ ਲੰਡਨ ਭੇਜਿਆ। ਉਹਨਾਂ ਦਾ ਸਾਰਾ ਖਰਚਾ ਤੂੰ ਖੁਦ ਕੀਤਾ। ਉਹਨਾਂ ਦੇ ਪਰਤਣ ਤੋਂ ਬਾਅਦ ਤੂੰ ਖੁਦ ਉੱਥੇ ਆਇਆ। ਤੂੰ ਆਪਣੇ ਵੱਡੇ ਭਰਾ ਲਈ ਜਿਹੜੀ ਤਿਆਗ ਦੀ ਭਾਵਨਾ ਦਿਖਾਈ, ਉਹ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੈ ਵੱਲਭ। ਤੇ ਹੁਣ ਇੱਕ ਔਰਤ ਦਾ ਦੁੱਖ ਤੈਥੋਂ ਸਹਿਨ ਨਹੀਂ ਹੋਇਆ। ਕਮਾਲ ਹੈ, ਤੂੰ ਤੇ ਤੇਰਾ ਇਹ ਭਾਰਤੀ ਸੰਸਕਾਰ। ਤੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੈ ਵੱਲਭ ਭਾਈ ਪਟੇਲ, ਕਿਸੇ ਹੋਰ ਹੀ ਮਿੱਟੀ ਦਾ। ਮੈਂ ਰਾਏ ਬਹਾਦਰ ਹਰੀਲਾਲ ਭਾਈ ਤੁਹਾਡਾ ਸਭਨਾਂ ਦਾ ਸਵਾਗਤ ਕਰਦਾ ਹਾਂ। ਗੁਜਰਾਤ ਵਿਦਿਆ ਸਭਾ ਕਾਰਿਆਲय ਅਹਿਮਦਾਬਾਦ 'ਚ ਹੋ ਰਹੀ ਅੱਜ ਦੀ ਇਹ ਮੀਟਿੰਗ ਬੜੀ ਖਾਸ ਮੀਟਿੰਗ ਹੈ। 20 ਸਤੰਬਰ 1917 ਦੀ ਇਹ ਤਾਰੀਖ ਸਾਡੇ ਲਈ ਇੱਕ ਇਤਿਹਾਸਿਕ ਮੌਕਾ ਵੀ ਹੈ ਤੇ ਨਵੀਂ ਸ਼ੁਰੂਆਤ ਵੀ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਨੀਲ ਅੰਦੋਲਨ ਚੰਪਾਰਨ ਸੱਤਿਆਗ੍ਰਹਿ ਦੇ ਨਾਇਕ ਬੈਰਿਸਟਰ ਮੋਹਨਦਾਸ ਕਰਮਚੰਦ ਗਾਂਧੀ ਦੀ ਹਾਜ਼ਰੀ 'ਚ ਇਸ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ
ਮੈਂ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਮੈਂ ਗਾਂਧੀ ਜੀ ਨੂੰ ਜੀ ਆਇਆਂ ਆਖਦਾ ਹਾਂ ਅਤੇ ਅੱਜ ਦੀ ਇਸ ਮੀਟਿੰਗ ਵਿੱਚ ਬੈਰਿਸਟਰ ਵੱਲਭ ਭਾਈ ਦੀ ਹਾਜ਼ਰੀ ਵੀ ਸਾਡੇ ਹੌਸਲਿਆਂ 'ਚ ਬਹੁਤ ਵਾਧਾ ਕਰ ਰਹੀ ਹੈ। ਇਸ ਸਭਾ ਵੱਲੋਂ ਨਗਰ ਦੇ ਇੱਕ ਸਫਲ ਤੇ ਹਰਮਨ ਪਿਆਰੇ ਵਕੀਲ ਵੱਲਭ ਭਾਈ ਪਟੇਲ ਦਾ ਨਿੱਘਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਬੜੇ ਸਤਿਕਾਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਉਹ ਇਸ ਮੀਟਿੰਗ ਦਾ ਸੰਚਾਲਨ ਕਰਨ ਤੇ ਸਾਰਿਆਂ ਨੂੰ ਦੋ ਸ਼ਬਦ ਕਹਿਣ ਦੀ ਕਿਰਪਾਲਤਾ ਕਰਨ। ਨਮਸਕਾਰ। ਤੁਸੀਂ ਸਾਰੇ ਪਹਿਲਾਂ ਦੱਖਣੀ ਅਫਰੀਕਾ 'ਚ ਤੇ ਹੁਣ ਬਿਹਾਰ ਦੇ ਚੰਪਾਰਣ ਜ਼ਿਲ੍ਹੇ 'ਚ ਗੋਰੀ ਸਰਕਾਰ ਦੇ ਕਾਨੂੰਨਾਂ ਅਤੇ ਸ਼ਾਸਨ ਦੇ ਖਿਲਾਫ ਆਪਣਾ ਕੜਾ ਵਿਰੋਧ ਜਤਾਉਣ ਵਾਲੇ ਗਾਂਧੀ ਜੀ ਦੇ ਸੰਘਰਸ਼ ਅਤੇ ਲੀਡਰਸ਼ਿਪ ਕੈਪੇਬਿਲਿਟੀ ਨੂੰ ਪਛਾਣ ਚੁੱਕੇ ਹੋ। ਪਰ ਕੁਝ ਕਹਿਣ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੇ ਲਈ ਨਿੱਜੀ ਤੌਰ ਤੇ ਵੀ ਇਹ ਮੌਕਾ ਇੱਕ ਬਹੁਤ ਵੱਡਾ ਮੌਕਾ ਹੈ। ਅੱਜ ਮੈਨੂੰ ਆਪਣੇ ਦਿਲ ਤੇ ਪਏ ਇੱਕ ਪੁਰਾਣੇ ਬੋਝ ਨੂੰ ਲਾਉਣ ਦਾ ਮੌਕਾ ਮਿਲਿਆ ਹੈ। ਅੱਜ ਗਾਂਧੀ ਜੀ ਇੱਥੇ ਹਨ, ਅੱਜ ਮੌਕਾ ਮਿਲਿਆ ਹੈ। ਮੈਂ ਸੋਚਦਾ ਹਾਂ ਕਿ ਹੁਣ ਗਾਂਧੀ ਜੀ ਤੋਂ ਖਿਮਾ ਵੀ ਮੰਗ ਲਵਾਂ। ਜੀ ਹਾਂ ਖਿਮਾ। ਲੰਡਨ 'ਚ ਰਹਿੰਦਿਆਂ ਕਾਨੂੰਨ ਦੀ ਪੜ੍ਹਾਈ ਤੋਂ ਇਲਾਵਾ ਮੈਂ ਅੰਗਰੇਜ਼ੀ ਰੰਗ ਢੰਗ ਵੀ ਸਿੱਖੇ ਤੇ ਨਾਲ ਹੀ ਸਿੱਖੀ ਇੱਕ ਖੇਡ, ਬ੍ਰਿਜ ਦੀ ਖੇਡ। ਸਫਲਤਾ ਕਦੇ-ਕਦੇ ਸਿਰ ਚੜ੍ਹ ਕੇ ਬੋਲਦੀ ਹੈ। ਮੈਂ ਵੀ ਉਸ ਤੋਂ ਵਾਂਝਿਆ ਨਹੀਂ ਰਹਿ ਸਕਿਆ। ਕੇਸ ਤੇ ਕੇਸ ਜਿੱਤਣ ਦੀ ਆਦਤ ਹੋ ਗਈ ਸੀ ਮੈਨੂੰ। ਲੱਗਦਾ ਸੀ ਕਿ ਜੀਵਨ 'ਚ ਜੋ ਕੁਝ ਵੱਡਾ ਬਣਨ ਲਈ ਲੋੜੀਂਦਾ ਹੈ ਉਹ ਮੇਰੇ ਕਦਮਾਂ 'ਚ ਹੈ। ਗੱਲ 3 ਅਪ੍ਰੈਲ 1915 ਦੀ ਹੈ। ਸ਼ਾਮ ਦਾ ਸਮਾਂ ਸੀ। ਹਰ ਰੋਜ਼ ਦੀ ਤਰ੍ਹਾਂ ਮੈਂ ਗੁਜਰਾਤ ਕਲੱਬ ਦੇ ਵਿੱਚ ਬ੍ਰਿਜ ਖੇਡ ਰਿਹਾ ਸੀ। ਵੈਸੇ ਮੈਂ ਦੱਸ ਦਿਆਂ ਕਿ ਉਸ ਖੇਡ 'ਚ ਵੀ ਮੈਨੂੰ ਮਹਾਰਤ ਹਾਸਿਲ ਸੀ। ਬੈਰਿਸਟਰ ਮਾਵਲੰਕਰ ਮੇਰੇ ਨਾਲ ਸਨ। ਗਾਂਧੀ ਜੀ, ਤੁਸੀਂ ਉਸ ਦਿਨ ਭਾਸ਼ਣ ਦੇਣ ਆਏ ਸੀ। ਤੁਹਾਨੂੰ ਸ਼ਾਇਦ ਯਾਦ ਨਹੀਂ ਹੋਏਗਾ, ਪਰ ਉਹ ਦਿਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਬੈਰਿਸਟਰ ਮਾਵਲੰਕਰ ਨੇ ਮੈਨੂੰ ਕਿਹਾ, ਚਲੋ ਮਹਾਤਮਾ ਗਾਂਧੀ ਜੀ ਦਾ ਭਾਸ਼ਣ ਹੈ, ਉੱਥੇ ਜਾ ਕੇ ਬਹਿਨੇ ਆ। ਤੇ ਮੈਂ ਕਿਹਾ, ਇੱਕ ਆਦਮੀ ਅਹਿੰਸਾ ਦੀ ਗੱਲ ਕਰੂਗਾ। ਮੈਂ ਮਜ਼ਾਕ ਉਡਾਉਂਦਿਆਂ ਕਿਹਾ, ਅਹਿੰਸਾ ਨਾਲ ਵੀ ਕਿਤੇ ਆਜ਼ਾਦੀ ਮਿਲਦੀ ਹੈ। ਮੈਂ ਮਾਵਲੰਕਰ ਜੀ ਨੂੰ ਇਹ ਵੀ ਕਿਹਾ ਕਿ ਮੈਨੂੰ ਪਤਾ ਹੈ ਇਹ ਕੀ ਕਹਿਣ ਵਾਲੇ ਨੇ। ਇਹ ਕਹਿਣਗੇ, ਤੁਹਾਨੂੰ ਅਨਾਜ ਚੋਂ ਕੰਕੜ ਕੱਢਣੇ ਆਉਂਦੇ ਨੇ, ਤੁਸੀਂ ਆਪਣਾ ਪਖਾਨਾ ਸਾਫ਼ ਕਰਦੇ ਹੋ, ਸਵੱਛਤਾ ਰੱਬ ਦਾ ਦੂਜਾ ਰੂਪ ਹੈ, ਵਗੈਰਾ ਵਗੈਰਾ। ਇਹ ਸਾਡਾ ਬ੍ਰਿਜ ਦਾ ਖੇਡ ਦੇਖੋ। ਬਾਜ਼ੀ ਚਾਹੇ ਜਿੰਨੀ ਵੀ ਕਮਜ਼ੋਰ ਹੋਵੇ, ਹਾਲਾਤ ਜਿਹੋ ਜਿਹੇ ਵੀ ਹੋਣ, ਜਿੱਤਣ ਦੀ ਗੁੰਜਾਇਸ਼ ਰਹਿੰਦੀ ਹੈ। ਬਸ ਕਲਾ ਹੋਣੀ ਚਾਹੀਦੀ ਹੈ। ਤੁਹਾਡੇ ਨਾਲ ਉਸ ਦਿਨ ਜਿਹੜੀ 2-4 ਮਿੰਟ ਦੀ ਮੁਲਾਕਾਤ ਹੋਈ ਸੀ, ਉਸ ਨੂੰ ਮੈਂ ਆਪਣੇ ਘਮੰਡ ਅਤੇ ਅਣਮਣੇਪਣ 'ਚ ਹੀ ਗੁਜ਼ਾਰ ਦਿੱਤਾ ਸੀ। ਉਹ ਧਿਆਨ ਨਾਲ ਸੁਣੋ ਜੀ। ਗਾਂਧੀ ਜੀ, ਮੈਂ ਜੋ ਕੁਝ ਵੀ ਸੋਚਿਆ, ਉਹ ਦਿਨ ਜੋ ਵੀ ਮੈਂ ਕੀਤਾ, ਮੈਂ ਉਸ ਦੇ ਲਈ ਤੁਹਾਡੇ ਤੋਂ ਖਿਮਾ ਮੰਗਦਾ। ਚੰਪਾਰਣ ਅੰਦੋਲਨ ਦੇ ਦੌਰਾਨ ਅਖਬਾਰਾਂ 'ਚ ਤੁਹਾਡੇ ਬਾਰੇ ਇੱਕ ਲੇਖ ਪੜ੍ਹਿਆ ਜੀ। ਨਿਆਇਧੀਸ਼ ਨੂੰ ਬੈਰਿਸਟਰ ਮੋਹਨਦਾਸ ਕਰਮਚੰਦ ਗਾਂਧੀ ਦੀ ਚੁਣੌਤੀ। ਸੱਚ ਜਾਣਿਓ,
ਉਸ ਲੇਖ ਨੂੰ ਪੜ੍ਹਨ ਤੋਂ ਬਾਅਦ ਹੀ ਮੇਰੇ ਦਿਲ 'ਚ ਤੁਹਾਡੇ ਲਈ ਆਦਰ ਤੇ ਸਤਿਕਾਰ ਪੈਦਾ ਹੋਇਆ। ਕੀ ਖੂਬ ਆਖਿਆ ਸੀ ਤੁਸੀਂ ਆਪਣੇ ਅੰਗਰੇਜ਼ ਜੱਜ ਨੂੰ, ਮਾਈ ਲਾਰਡ, ਅਸੀਂ ਬਾਹਰ ਤੋਂ ਆਏ ਹੋਏ ਲੋਕ ਨਹੀਂ ਹਾਂ, ਇਹ ਭਾਰਤ ਭੂਮੀ ਸਾਡੀ ਮਾਤਰ ਭੂਮੀ ਹੈ। ਚੰਪਾਰਣ ਜ਼ਿਲ੍ਹਾ ਭਾਰਤ ਦਾ ਹਿੱਸਾ ਹੈ, ਬਾਹਰਲੇ ਤਾਂ ਤੁਸੀਂ ਅੰਗਰੇਜ਼ ਲੋਕ ਹੋ। ਤੁਹਾਡੀ ਸਾਫ਼ ਕੋਈ ਤੇ ਨਿਡਰਤਾ ਨੇ ਦਿਲ ਜਿੱਤ ਲਿਆ। ਬਸ ਉਸ ਤੋਂ ਬਾਅਦ ਗਾਂਧੀ ਜੀ, ਉਸ ਤੋਂ ਬਾਅਦ ਮੈਂ ਵੀ ਬਦਲ ਗਿਆ, ਮੇਰੀ ਸੋਚ ਵੀ ਬਦਲ ਗਈ ਤੇ ਮੇਰਾ ਮੰਤਵ ਵੀ ਬਦਲ ਗਿਆ। ਮੈਨੂੰ ਤੁਹਾਡਾ ਦੇਸ਼ ਪ੍ਰੇਮ ਸਮਝ ਆ ਗਿਆ। ਅੱਜ ਮੈਂ ਸਭ ਕੁਝ ਪਿੱਛੇ ਛੱਡ ਕੇ ਆਇਆ, ਇੱਕ ਆਮ ਭਾਰਤੀ ਵਾਂਗ ਤੁਹਾਡੇ ਕੋਲ ਆਇਆ, ਦਿਲ ਤੋਂ ਆਇਆ, ਜੁੜਨ ਲਈ ਆਇਆ, ਜੁੜਿਆ ਰਹਿਣ ਦੇ ਲਈ ਆਇਆ। ਵਾਹ ਵਾਹ, ਧੰਨਵਾਦ ਵੱਲਭ ਭਾਈ, ਧੰਨਵਾਦ। ਹੁਣ ਮੈਂ ਬੈਰਿਸਟਰ ਮਹਾਤਮਾ ਗਾਂਧੀ ਜੀ ਨੂੰ 2 ਸ਼ਬਦ ਕਹਿਣ ਲਈ ਸੱਦਾ ਦਿੰਦਾ ਹਾਂ। ਆਓ ਮਹਾਤਮਾ ਗਾਂਧੀ ਜੀ। सत्कारयोग अध्यक्ष राय बहादुर हीरालाल भाई, तेजवान प्रतिभा दे मालक सत्कारयोग दत्तात्रेय कालेलकर, किशोर भाई मशरूवाला, महादेव देसाई, नरहरी भाई पारिख, स्वामी आनंद ते होर हाज़र पतवंते सज्जनों, अज दी इस मीटिंग 'च विद्या सभा संबंधी ਗੱਲਾਂ ਦੀ ਚਰਚਾ ਕਰਨ ਉਪਰੰਤ ਸਾਨੂੰ ਸਰਬਸੰਮਤੀ ਨਾਲ ਇੱਕ ਪ੍ਰਸਤਾਵ ਪਾਸ ਕਰਨਾ ਚਾਹੀਦਾ ਹੈ। ਇਹ ਪ੍ਰਸਤਾਵ ਆਜ਼ਾਦੀ ਦੀ ਦਿਸ਼ਾ 'ਚ ਸਾਡਾ ਪਹਿਲਾ ਕਦਮ ਹੋਵੇਗਾ। ਬੈਰਿਸਟਰ ਵੱਲਭ ਭਾਈ ਨੇ ਅੱਜ ਗੁਜਰਾਤ ਕਲੱਬ ਦਾ ਉਹ ਪ੍ਰਸੰਗ ਯਾਦ ਦਿਵਾਤਾ ਜਦੋਂ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ। ਵੱਲਭ ਭਾਈ ਦੇ ਬਾਰੇ 'ਚ ਸੁਣਿਆ ਸੀ ਤੇ ਉਸ ਦਿਨ ਅੱਖੋਂ ਦੇਖਣ ਤੇ ਮਿਲਣ ਤੋਂ ਬਾਅਦ ਜਿਹੜੇ ਵਿਚਾਰ ਆਏ ਸੀ, ਪਤਾ ਉਹ ਕੀ ਸਨ? ਇਹ ਅੱਖਰ ਬੈਰਿਸਟਰ ਵੱਲਭ ਭਾਈ ਪਟੇਲ ਕੀ ਕਦੀ ਮੇਰੇ ਕੰਮ 'ਚ ਕਿਸੇ ਵੀ ਤਰ੍ਹਾਂ ਸਹਾਇਕ ਹੋ ਸਕਣਗੇ? ਪਰ ਅੱਜ ਇਹ ਕਹਿੰਦੇ ਹੋਏ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਬੈਰਿਸਟਰ ਵੱਲਭ ਭਾਈ ਪਟੇਲ ਸਾਡੇ ਨਾਲ ਜੁੜ ਰਹੇ ਹਨ, ਸਾਡੀ ਸੰਸਥਾ 'ਚ ਮਾਨਦ ਮੰਤਰੀ ਵਜੋਂ ਕੰਮ ਕਰਨ ਦੀ ਸਹਿਮਤੀ ਦੇ ਕੇ ਜੁੜ ਰਹੇ ਹਨ। ਜੀ ਆਇਆਂ ਨੂੰ ਵੱਲਭ ਭਾਈ ਪਟੇਲ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਗਾਂਧੀ ਜੀ। साथियों, बहुत कम करने ने, बहुत लंबा सफर है, साथ चलना है बिना थके, ताइयों रास्ता मिलेगा, ताइयों मंजिल मिलेगी। महात्मा गांधी जी जय, भारत माता दी जय, महात्मा गांधी जी जय, भारत माता दी जय। ਨਮਸਕਾਰ। ਆਓ ਖੁਸ਼ਹਾਲ ਭਾਈ ਜੀ, ਕਿਵੇਂ ਅਮੋਲ ਲਾਲ ਜੀ, ਕੁੰਵਰ ਜੀ, ਕਲਿਆਣ ਜੀ ਭਾਈ? ਬਹੁਤ ਵਧੀਆ। ਕਿਆ ਖਾਕ ਵਧੀਆ ਹੈ? ਜੇ ਵਧੀਆ ਹੈ ਤਾਂ ਮਾੜਾ ਕੀ ਹੋ? ਸਰਕਾਰ ਨੇ ਇਸ ਵਾਰ ਸਾਡੇ ਤੋਂ ਵਾਧੂ ਟੈਕਸ ਵਸੂਲਣ ਦਾ ਫੈਸਲਾ ਕੀਤਾ। ਪੂਰਾ ਜ਼ਿਲ੍ਹਾ ਇਸ ਫੈਸਲੇ ਨਾਲ ਸਹਿਮਿਆ ਹੋਇਆ ਹੈ। ਤੇ ਮੋਹਨ ਭਾਈ, ਤੂੰ ਕਹਿ ਰਿਹਾ ਕਿ ਵਧੀਆ? ਜੈਨ ਅਪਾਸਰੇ ਦੀ ਸਭਾ 'ਚ ਸਾਡੇ ਵਿਧਾਇਕ ਰਾਏ ਬਹਾਦਰ ਭੀਮਾ ਭਾਈ ਨਾਇਕ ਅਤੇ ਸ਼ਿਵ ਦੇਸਾਨੀ ਸਾਹਿਬ ਨੇ ਸਾਫ਼-ਸਾਫ਼ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਸਾਡੇ ਕੋਲੋਂ ਹੋਰ ਜ਼ਿਆਦਾ ਕੁਝ ਨਹੀਂ ਹੋਊਗਾ। ਤੁਹਾਨੂੰ ਜੋ ਕਰਨਾ ਹੈ ਕਰ ਲਓ। ਤੇ ਤੂੰ ਕਹਿਣਾ ਹੈ ਵਧੀਆ? ਕੁਝ ਵੀ ਵਧੀਆ ਨਹੀਂ ਹੈ ਇੱਥੇ। ਕਿੱਥੇ ਜਾਈਏ, ਕੀ ਕਰੀਏ? ਸਭ ਦਾ ਇਹੀ ਮੰਨਣਾ ਹੈ ਕਿ ਹੁਣ ਤਾਂ ਵੱਲਭ ਭਾਈ ਜੀ ਹੀ ਕੋਈ ਰਸਤਾ ਕੱਢਣਗੇ। ਤੇ ਭਾਈ ਸਾਹਿਬ, ਤੁਸੀਂ ਨਾ ਨਹੀਂ ਕਰਨੀ। ਬੜੀ ਉਮੀਦ ਲੈ ਕੇ ਆਏ ਹਾਂ ਤੁਹਾਡੇ ਕੋਲ। ਸਾਡੇ 'ਚੋਂ ਕੋਈ ਵੀ ਇਸ ਜ਼ਬਰਦਸਤੀ ਲੱਦੇ ਗਏ ਵਾਧੂ ਟੈਕਸ ਨੂੰ ਭਰਨਾ ਨਹੀਂ ਚਾਹੁੰਦਾ। ਹਰ ਸਾਲ ਜਿਹੜਾ ਨਿਯਮ ਦੇ ਮੁਤਾਬਕ ਟੈਕਸ ਲੱਗਦਾ ਸੀ, ਉਹਨੂੰ ਭਰਨ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕਿਉਂ ਕੁੰਵਰ ਜੀ ਭਾਈ?
ਬਿਲਕੁਲ, ਸਭ ਇਹੀ ਚਾਹੁੰਦੇ ਨੇ। ਸਭ ਬੈਠ ਜਾਓ। ਮੈਨੂੰ ਤਾਂ ਲੱਗਦਾ ਹੈ ਕਿ ਤੁਹਾਡੇ ਵਰਗੇ ਕੁਝ ਲੋਕਾਂ ਦੀ ਹੀ ਇੱਛਾ ਤੇ ਨਿੱਜੀ ਮੰਤਵ ਜੁੜਿਆ ਹੋਇਆ ਹੈ। ਜਿੱਥੇ ਤੱਕ ਮੇਰੀ ਸਲਾਹ ਦੀ ਗੱਲ ਹੈ, ਮੈਂ ਤਾਂ ਸਾਫ਼-ਸਾਫ਼ ਕਹਿੰਦਾ ਕਿ ਵਾਧੂ ਟੈਕਸ ਭਰ ਦਿੱਤਾ ਜਾਣਾ ਚਾਹੀਦਾ ਹੈ। ਇੰਨਾ ਟੈਕਸ ਤਾਂ ਭਰਦੇ ਹੀ ਹੋ, ਥੋੜ੍ਹਾ ਹੋਰ ਜ਼ਿਆਦਾ ਭਰ ਦਿਓ। ਹਥੇਲੀ ਭਰ ਡੁੱਬੇ ਜਾਂ ਹੱਥ ਭਰ, ਕੀ ਫਰਕ ਪੈ ਜਾਊ? ਸਰਕਾਰ, ਮਾਈ ਬਾਪ, ਉਹਨਾਂ ਨਾਲ ਲੜਨ ਕਿਉਂ ਨਿਕਲ ਪਏ ਹੋ? ਕਿਉਂ ਖੁਸ਼ਹਾਲ ਭਾਈ? ਵੱਲਭ ਭਾਈ, ਕੀ ਕਹਿ ਰਹੇ ਹੋ ਤੁਸੀਂ? ਤੁਸੀਂ ਅਜਿਹਾ ਬੋਲੋਗੇ, ਇੱਦਾਂ ਦੀ ਕਤਈ ਉਮੀਦ ਨਹੀਂ ਸੀ। ਅਸੀਂ ਤਾਂ ਤੁਹਾਡੇ ਕੋਲ ਇਸ ਵਾਸਤੇ ਆਏ ਸੀ ਕਿ ਕੋਈ ਰਸਤਾ ਲੱਭ ਦਿਓਗੇ, ਪਰ ਤੁਸੀਂ ਤਾਂ ਮੋਹਨ ਭਾਈ, ਇਹੀ ਸਿੱਧਾ ਤੇ ਆਸਾਨ ਰਸਤਾ ਹੈ ਟੈਕਸ ਭਰਨ ਦਾ, ਬਿਨਾਂ ਤਕਲੀਫ ਵਾਲਾ ਰਸਤਾ। ਗੁਜਰਾਤੀ ਸ਼ੀਰੇ ਵਰਗਾ ਮਿੱਠਾ, ਜਿਹੜਾ ਇੱਕਦਮ ਗਲੇ 'ਚੋਂ ਉਤਰ ਜਾਵੇ। ਅਜਿਹਾ ਉਪਾਅ, ਕੋਈ ਹੋਰ ਉਪਾਅ ਤਾਂ ਵੱਲਭ ਭਾਈ, ਅਸੀਂ ਤਾਂ ਸੋਚ ਰਹੇ ਸੀ ਕਿ ਤੁਸੀਂ ਜੋ ਵੀ ਸੋਚ ਰਹੇ ਸੀ, ਜੇਕਰ ਉਹੀ ਮੇਰਾ ਜਵਾਬ ਵੀ ਹੋਣਾ ਸੀ ਤਾਂ ਇੱਥੇ ਅਹਿਮਦਾਬਾਦ ਤੱਕ ਚੱਕਰ ਲਾਉਣ ਦੀ ਲੋੜ ਕੀ ਸੀ ਤੁਹਾਨੂੰ? ਵੱਲਭ ਭਾਈ ਸਾਹਿਬ, ਡਰੇ ਹੋਏ ਨੂੰ ਭੂਤ ਨਾ ਦਿਖਾਓ। ਸਾਡਾ ਇਮਤਿਹਾਨ ਨਾ ਲਓ। ਥੱਕ ਹਾਰ ਕੇ ਆਇਆ ਤੁਹਾਡੇ ਕੋਲ, ਆਸ ਤੇ ਉਮੀਦ ਲੈ ਕੇ। ਕੁਝ ਰਸਤਾ ਦਿਖਾ ਦਿਓ। ਕੁੰਵਰ ਜੀ, ਤੁਸੀਂ ਵੀ ਤਾਂ ਕੁਝ ਬੋਲੋ। ਵੱਲਭ ਭਾਈ, ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਜੋ ਬੋਲਣਾ ਹੈ ਬੋਲ ਦਿਓ, ਝਿੜਕ ਦਿਓ, ਗਾਲਾਂ ਕੱਢ ਲਓ, ਪਰ ਅਜਿਹਾ ਰੁੱਖਾ ਵਰਤਾਅ ਨਾ ਕਰੋ। ਹਾਂ ਬੈਰਿਸਟਰ ਵੱਲਭ ਭਾਈ ਸਾਹਿਬ, ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਊਗਾ। ਯਕੀਨ ਕਰਿਓ, ਪੂਰਾ ਜ਼ਿਲ੍ਹਾ ਇਹੀ ਕਰੂਗਾ ਜਿਵੇਂ ਤੁਸੀਂ ਚਾਹੋਗੇ। ਖੇੜਾ 'ਚ ਤੁਸੀਂ ਜੋ ਕਰਕੇ ਦਿਖਾਤਾ ਨਾ, ਉਸ ਤੋਂ ਸਾਰਿਆਂ ਨੂੰ ਇਹੀ ਉਮੀਦ ਹੈ ਕਿ ਜੇ ਕੋਈ ਕਰ ਸਕਦਾ ਹੈ ਤਾਂ ਉਹ ਹੈ ਵੱਲਭ ਭਾਈ ਪਟੇਲ। ਇਹੀ ਸਭ ਦਾ ਮੰਨਣਾ ਹੈ। ਹੁਣ ਤੁਸੀਂ ਇਸ ਨੂੰ ਵੀ ਸਿਰੇ ਲਾਉਣਾ ਹੈ। ਅਸੀਂ ਨਾ ਸੁਣਨ ਨਹੀਂ ਆਏ। ਹੁਣ ਅਸੀਂ ਹੋਰ ਕਿੱਥੇ ਜਾਈਏ? ਖੁਸ਼ਹਾਲ ਭਾਈ, ਬਾਰਡੋਲੀ ਗ੍ਰਾਮ ਦੇ ਪਾਸਰੇ 'ਚ ਮੀਟਿੰਗ ਹੋਈ। ਗਿਣਤੀ ਦੇ ਲੋਕ ਸਨ ਤੁਹਾਡੇ ਕੋਲ, ਤੇ ਤੁਸੀਂ ਕਹਿ ਰਹੇ ਹੋ ਕਿ ਪੂਰੇ ਦਾ ਪੂਰਾ ਜ਼ਿਲ੍ਹਾ ਲੜਾਈ ਲਈ ਕਮਰ ਕੱਸ ਕੇ ਬੈਠਾ ਹੈ। ਇਹ ਗੱਲ ਮੇਰੇ ਗਲੇ ਨਹੀਂ ਉਤਰਦੀ। ਪਰ ਇਹ ਗੱਲ ਸੱਚ ਹੈ ਵੱਲਭ ਭਾਈ, ਸਾਰੇ ਤਿਆਰ ਨੇ ਲੜਨ ਲਈ। ਕਿਉਂ, ਠੀਕ ਕਿਹਾ ਨਾ ਮੈਂ? ਬੋਲੋ ਸਾਥੀਓ, ਬੋਲੋ ਸਾਰੇ। ਉਹ ਕਿੰਨੇ ਲੋਕ ਲੜਨ ਲਈ ਤਿਆਰ ਨੇ? ਸਭ? ਕਿਸ ਬਿਨਾਂ ਤੇ ਕਹਿ ਰਹੇ ਹੋ ਤੁਸੀਂ? 87,000 ਦੀ ਬਸਤੀ 'ਚ ਕਿੰਨੇ ਕੁ ਲੋਕਾਂ ਨੂੰ ਮਿਲੇ ਹੋ ਤੁਸੀਂ? 100 ਕੁ ਲੋਕਾਂ ਦੀ ਹਾਂ ਭਲੇ ਹੀ ਹੋ ਗਈ ਹੋਵੇ, ਪਰ ਸਾਰੇ ਹਾਂ ਬੋਲ ਰਹੇ ਨੇ। ਇਹ ਮੈਂ ਕਿੱਦਾਂ ਮੰਨ ਲਵਾਂ? ਬਰਾੜ ਦੇ ਪ੍ਰਭੂ ਭਾਈ ਜੀਵਨ ਜੀ ਮਿਲੇ ਇੱਕ ਹਫ਼ਤਾ ਪਹਿਲਾਂ। ਡਾਕਟਰ ਰਤੀਲਾਲ ਕੜੋਤ ਤੋਂ ਵੀ ਸਾਰੀ ਹਕੀਕਤ ਜਾਣਨ ਦਾ ਮੌਕਾ ਮਿਲਿਆ ਮੈਨੂੰ। ਤੁਹਾਡੀ ਜੋ ਤਿਆਰੀ ਹੈ ਉਹ ਲੜਨ ਲਈ ਕਾਫੀ ਨਹੀਂ ਹੈ। 143 ਪਿੰਡ ਹਨ ਪੂਰੇ ਇਲਾਕੇ 'ਚ। ਹੁਣ ਤੱਕ ਕਿੰਨੇ ਕੁ ਪਿੰਡਾਂ ਦਾ ਦੌਰਾ ਕੀਤਾ ਹੈ ਤੁਸੀਂ? ਦੇਖੋ ਭਰਾਵੋ, ਮੈਂ ਮਹਾਤਮਾ ਗਾਂਧੀ ਜੀ ਦਾ ਸਿਪਾਹੀ ਹਾਂ। ਇੱਕ ਵਾਰ ਸੱਤਿਆਗ੍ਰਹਿ ਸ਼ੁਰੂ ਹੋ ਜਾਵੇ ਤਾਂ ਉਸ ਨੂੰ ਵਿੱਚ ਹੀ ਬੰਦ ਕਰਨਾ ਪੈ ਜਾਵੇ ਤਾਂ ਸੱਤਿਆਗ੍ਰਹਿ ਦੀ ਲੜਾਈ ਤੋਂ ਸਭ ਦਾ ਵਿਸ਼ਵਾਸ ਉੱਠ ਜਾਊਗਾ। ਸੱਤਿਆਗ੍ਰਹਿ ਦਾ ਭਵਿੱਖ ਹੀ ਵਿਗੜ ਜਾਊਗਾ। ਮਹਾਤਮਾ ਗਾਂਧੀ ਜੀ ਦੀ ਤਪੱਸਿਆ ਮਿੱਟੀ 'ਚ ਮਿਲ ਜਾਊਗੀ। ਕੀ ਅਸੀਂ ਚਾਹਾਂਗੇ ਕਿ ਅਜਿਹਾ ਹੋਵੇ? ਨਹੀਂ, ਕਦੇ ਨਹੀਂ ਚਾਹਾਂਗੇ। ਪਹਿਲਾਂ ਸਾਨੂੰ ਯਕੀਨੀ ਬਣਾਉਣਾ ਪਊਗਾ ਕਿ ਕੌਣ-ਕੌਣ ਨੇ ਸਾਡੇ ਨਾਲ, ਜਿਹੜੇ ਨਾਲ ਹਨ ਕਿ ਉਹ ਸੱਤਿਆਗ੍ਰਹਿ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਉਸ ਦੇ ਰਸਤੇ 'ਚ ਆਉਣ ਵਾਲੀਆਂ ਦੁੱਖ ਤਕਲੀਫਾਂ ਨੂੰ ਝੇਲਣ ਵਾਸਤੇ ਤਿਆਰ ਨੇ। ਹੋ ਸਕਦਾ ਹੈ ਕਿ ਅੰਗਰੇਜ਼ ਸਰਕਾਰ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰ ਲੈ, ਜੇਲ੍ਹ 'ਚ ਵੀ ਭੇਜ ਸਕਦੀ ਹੈ। ਕੀ ਇਸ ਨੂੰ ਸਹਿਣ ਵਾਸਤੇ ਸਭ ਤਿਆਰ ਨੇ? ਲੜਾਈ ਜੇਕਰ ਲੰਬੀ ਚੱਲੀ ਤਾਂ ਦਿਲ ਤਾਂ ਨਹੀਂ ਹਾਰ ਜਾਣਗੇ। ਸਰਕਾਰ ਦੇ ਡਰ ਤੋਂ ਸੱਤਿਆਗ੍ਰਹਿ ਨੂੰ ਵਿੱਚੇ ਹੀ ਛੱਡ ਕੇ ਤਾਂ ਨੱਠ ਨਹੀਂ ਜਾਣਗੇ।
ਜਾਣਦੇ ਹੋ ਤੁਸੀਂ ਇਸ ਦਾ ਅਸਰ ਪੂਰੇ ਦੇਸ਼ ਤੇ ਪਏਗਾ ਅਤੇ ਗਾਂਧੀ ਜੀ ਤੇ ਵੀ, ਕਿਉਂਕਿ ਅਜੇ ਤੱਕ ਨੇਤਾ ਦੇ ਰੂਪ 'ਚ ਮਹਾਤਮਾ ਗਾਂਧੀ ਜੀ ਹੀ ਸਾਹਮਣੇ ਹਨ। ਉਹਨਾਂ ਦੀ ਸਾਖ ਮਿੱਟੀ 'ਚ ਮਿਲ ਜਾਵੇ, ਅਜਿਹਾ ਮੈਂ ਹੋਣ ਨਹੀਂ ਦਿਆਂਗਾ। ਤੁਸੀਂ ਪਟੇਲ ਜੀ ਰਸਤਾ ਦਿਖਾਓ, ਅਸੀਂ ਚੱਲਾਂਗੇ ਉਸ ਉੱਪਰ। ਕੁੰਵਰ ਜੀ, ਮੋਹਨ ਲਾਲ, ਖੁਸ਼ਹਾਲ ਭਾਈ, ਇੱਕ ਕੰਮ ਕਰੋ, ਤੁਸੀਂ ਬਾਰਡੋਲੀ ਵਾਪਸ ਚਲੇ ਜਾਓ। ਉੱਥੇ ਜਾ ਕੇ ਇਲਾਕੇ ਦੇ ਸਾਰੇ 143 ਪਿੰਡਾਂ ਦੇ ਵਿੱਚ ਬਿਖਰ ਜਾਓ। ਲੋਕਾਂ ਨੂੰ ਸੱਤਿਆਗ੍ਰਹਿ ਤੋਂ ਜਾਣੂ ਕਰਵਾਓ। ਸੱਤਿਆਗ੍ਰਹਿ ਕੀ ਹੈ, ਕਿਹੋ ਜਿਹੇ ਨੇ ਇਸ ਦੇ ਨਿਯਮ, ਕਿਵੇਂ ਤੇ ਕਿਉਂ ਜ਼ਰੂਰੀ ਹੋ ਗਿਆ ਹੈ। ਇਹਨਾਂ ਨਿਯਮਾਂ ਦੀ ਪਾਲਣਾ, ਇਹਨਾਂ ਸਾਰੀਆਂ ਗੱਲਾਂ ਲਈ ਤਿਆਰ ਕਰੋ ਉਹਨਾਂ ਨੂੰ। ਅੱਜ ਹੈ 24 ਸਤੰਬਰ 1927 ਦੀ ਸਵੇਰ। ਸਿਰਫ ਵਾਧੂ ਟੈਕਸ ਭਰਨ ਦੀ ਮੁਸੀਬਤ ਤੋਂ ਛੁਟਕਾਰਾ ਪਾਉਣ ਦੀ ਲੜਾਈ ਦਾ ਨੇਤਰਤਵ ਕਰਨ ਲਈ ਨਹੀਂ, ਸਗੋਂ ਪੂਰੇ ਦੇ ਪੂਰੇ ਟੈਕਸ ਭਰਨ ਦੀ ਛੋਟ ਤੋਂ ਮੁਕਤ ਹੋਣ ਦੀ ਲੜਾਈ ਲੜਨ ਲਈ ਮੈਂ ਖੁਸ਼ੀ-ਖੁਸ਼ੀ ਬਾਰਡੋਲੀ ਆਵਾਂਗਾ। ਹਾਂ, ਇਹ ਠੀਕ ਰਹੇਗਾ। ਹਾਂ, ਅਸੀਂ ਉਹੀ ਕਰਾਂਗੇ। ਠੀਕ ਹੈ। ਸੁਣੋ, ਸ਼ਾਂਤੀ ਨਾਲ ਮੇਰੀ ਗੱਲ ਸੁਣੋ। ਭੈਣੋ ਤੇ ਭਰਾਵੋ, ਪਿਛਲੇ ਸਾਲ ਸਤੰਬਰ 'ਚ ਅਸੀਂ ਵੱਲਭ ਭਾਈ ਪਟੇਲ ਜੀ ਨੂੰ ਮਿਲੇ ਸੀ ਤੇ ਹੁਣ ਆ ਗਈ ਹੈ 1928 ਦੀ ਜਨਵਰੀ। ਇਸ ਦਰਮਿਆਨ ਅਸੀਂ ਉਹੀ ਕੀਤਾ ਜੋ ਵੱਲਭ ਭਾਈ ਨੇ ਸਾਨੂੰ ਕਰਨ ਲਈ ਕਿਹਾ ਸੀ। ਸਾਡੇ ਕਾਰਜਕਰਤਾ ਬਾਰਡੋਲੀ ਦੇ ਨਾਲ ਲੱਗਦੇ ਹਰ ਇੱਕ ਪਿੰਡ 'ਚ ਘੁੰਮ ਆਏ ਨੇ। ਵਡੌਲ, ਸਰਬੈਣ, ਬਰਾੜ, ਵੇਛੜੀ, ਬਾਹਮਣੀ, ਇਹਨਾਂ ਸਾਰੇ ਪਿੰਡਾਂ 'ਚ ਲੋਕਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਮੈਂ, ਉੱਤਮ ਭਾਈ, ਆਪਣੇ ਬਹੁਤ ਸਾਰੇ ਦੂਜੇ ਸਾਥੀਆਂ ਨਾਲ ਦੂਜੀ ਵਾਰ ਅਹਿਮਦਾਬਾਦ ਜਾ ਕੇ ਵੱਲਭ ਭਾਈ ਨੂੰ ਮਿਲੇ ਸੀ। ਗਾਂਧੀ ਜੀ ਦਾ ਆਸ਼ੀਰਵਾਦ ਵੀ ਸਾਨੂੰ ਮਿਲ ਚੁੱਕਾ ਹੈ। ਉਹਨਾਂ ਨੇ ਆਪ ਕਿਹਾ, ਬਾਰਡੋਲੀ 'ਚ ਕਿਸਾਨਾਂ ਦੀ ਜਿੱਤ ਹੋਵੇ। ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਹੌਸਲਾ ਵਧਾਉਣ ਲਈ ਵੱਲਭ ਭਾਈ ਪਟੇਲ ਖੁਦ ਸਾਡੇ ਵਿਚਕਾਰ ਨੇ ਅੱਜ ਬਾਰਡੋਲੀ ਦੇ ਇਸ ਦੇਰਾਸਰ 'ਚ। ਉਹਨਾਂ ਨੂੰ ਤਾਕੀਦ ਕਰਦਾ ਮੈਂ ਕਿ ਆਪਣੇ ਸ਼ਬਦਾਂ ਰਾਹੀਂ ਸਾਨੂੰ ਨਿਹਾਲ ਕਰਨ। ਹਾਂ, ਤਾਂ ਤੁਸੀਂ ਤਿਆਰ ਹੋ? ਜ਼ਰਾ ਜ਼ੋਰ ਨਾਲ ਬੋਲੋ, ਇੱਕਦਮ ਤਿਆਰ ਹੋ? ਤਾਂ ਫਿਰ ਅੱਜ ਤੋਂ ਬਾਰਡੋਲੀ ਦਾ ਇਹ ਸੱਤਿਆਗ੍ਰਹਿ ਸ਼ੁਰੂ ਹੁੰਦਾ ਹੈ। ਹੁਣ ਅਸੀਂ ਤਦ ਤੱਕ ਨਹੀਂ ਰੁਕਾਂਗੇ ਜਦ ਤੱਕ ਫੈਸਲਾ ਸਾਡੇ ਹੱਕ 'ਚ ਨਹੀਂ ਹੋ ਜਾਂਦਾ। वल्लभ भाई पटेल जिंदाबाद, वल्लभ भाई पटेल जिंदाबाद, भारत माता की जय, भारत माता की जय। ਸਾਥੀਓ, ਸਾਡੀ ਜਿੱਤ ਹੋ ਗਈ ਹੈ। ਪਹਿਲਾਂ ਖੇੜਾ ਜ਼ਿਲ੍ਹੇ 'ਚ ਤੇ ਹੁਣ ਇੱਥੇ ਬਾਰਡੋਲੀ 'ਚ ਅੰਗਰੇਜ਼ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ 'ਚ ਕਾਮਯਾਬ ਹੋ ਗਏ ਹਾਂ ਅਸੀਂ। ਵੱਲਭ ਭਾਈ ਪਟੇਲ ਦੇ ਨੇਤਰਤਵ 'ਚ ਅਸੀਂ ਇੱਥੇ ਜੋ ਹਾਸਲ ਕੀਤਾ ਹੈ ਉਹ 1 ਸਾਲ ਪਹਿਲਾਂ ਨਾਮੁਮਕਿਨ ਲੱਗ ਰਿਹਾ ਸੀ। ਆਓ ਵੱਲਭ ਭਾਈ, ਸਾਰੇ ਕਿਸਾਨ ਤੁਹਾਨੂੰ ਸੁਣਨ ਲਈ ਬੇਤਾਬ ਨੇ। ਆਓ ਇੱਧਰ ਆ ਕੇ ਇਹਨਾਂ ਨੂੰ 2 ਸ਼ਬਦ ਕਹੋ। ਬਾਰਡੋਲੀ ਦੇ ਕਿਸਾਨੋ, ਤੁਸੀਂ ਦਿਖਾਤਾ ਕਿ ਸੱਤਿਆਗ੍ਰਹਿ ਦੇ ਵਿੱਚ ਕਿੰਨੀ ਤਾਕਤ ਹੈ। ਇਹ ਕਿਸਾਨਾਂ ਦੀ ਜਿੱਤ ਹੈ, ਗਾਂਧੀ ਜੀ ਦੇ ਵਿਚਾਰਾਂ ਤੇ ਸ਼ਕਤੀ ਦੀ ਜਿੱਤ ਹੈ। ਨਿਆਇਕ ਅਧਿਕਾਰੀ ਬਲੂਮਫੀਲਡ ਤੇ ਮਾਲ ਅਧਿਕਾਰੀ ਮੈਕਸਵੈਲ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਜਿਹੜਾ 22% ਟੈਕਸ ਵਧਾਇਆ ਸੀ ਉਸ ਨੂੰ ਗਲਤ ਪਾਇਆ ਤੇ ਹੁਣ ਉਹਨੂੰ ਘਟਾ ਕੇ 6% ਤੈਅ ਕਰ ਦਿੱਤਾ ਗਿਆ ਹੈ। ਗੁਲਾਮ ਦੇਸ਼ 'ਚ ਅੱਜ ਤੋਂ ਬਾਰਡੋਲੀ ਸੱਤਿਆਗ੍ਰਹਿ ਦੀ ਕਾਮਯਾਬੀ ਨਾਲ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ। ਭਾਰਤ ਦੀ ਆਜ਼ਾਦੀ ਦੀ ਲੜਾਈ, ਤੁਹਾਡੇ ਸਾਰਿਆਂ ਦੀ ਇਹ ਜਿੱਤ ਇੱਕ ਨਵੀਂ ਪ੍ਰੇਰਨਾ ਬਣ ਕੇ ਉਭਰੂਗੀ। ਪੂਰਾ ਵਿਸ਼ਵਾਸ ਨਾਲ ਕਹਿਣਾ ਹੈ ਕਿ ਇਹ ਜਿੱਤ ਭਵਿੱਖ ਵਿੱਚ ਨਵੀਂ ਊਰਜਾ ਭਰਨ ਦਾ ਕੰਮ ਕਰੇਗੀ।
ਵਾਹ ਡੋਲੀ ਸੱਤਿਆਗ੍ਰਹਿ ਦੀ ਕਾਮਯਾਬੀ ਤੇ ਗਾਂਧੀ ਜੀ ਨੇ ਕਿਹਾ ਹੈ ਕਿ ਇਹੋ ਜਿਹਾ ਹਰ ਇੱਕ ਸੰਘਰਸ਼ ਸਾਨੂੰ ਸਵਰਾਜ ਦੇ ਮੁਕਾਮ ਤੱਕ ਪਹੁੰਚਾਊਗਾ। ਸਵਰਾਜ ਲਈ ਇਹ ਇੱਕ ਰਸਤਾ ਅਤੇ ਤਾਕਤ ਸਿੱਧ ਹੋਊਗਾ। वल्लभ भाई जिंदाबाद, भाई जिंदाबाद, सरदार जिंदाबाद, सरदार जिंदाबाद। ਵੱਲਭ ਭਾਈ ਨਵਾਂ ਨਾਮ ਮੁਬਾਰਕ ਹੋਵੇ। ਅੱਜ ਤੋਂ ਤੁਹਾਡਾ ਨਾਂ ਹੋ ਗਿਆ ਹੈ ਸਰਦਾਰ ਵੱਲਭ ਭਾਈ ਪਟੇਲ। ਸਰਦਾਰ ਪਟੇਲ। ਸਮਾਂ ਬਦਲਦਾ ਹੈ ਤੇ ਸਮੇਂ ਦੇ ਨਾਲ ਕਿਸਮਤ ਦਾ ਚੱਕਰ ਵੀ। ਭਾਰਤ 'ਚ ਸਵਾਧੀਨਤਾ ਦਾ ਸੰਗਰਾਮ ਜ਼ੋਰ ਫੜਦਾ ਗਿਆ। ਸਰਦਾਰ ਪਟੇਲ ਦਾ ਕੱਦ ਵੀ ਵੱਧਦਾ ਗਿਆ। ਉਹ ਰਾਸ਼ਟਰੀ ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਬਣ ਕੇ ਸਾਹਮਣੇ ਆ ਚੁੱਕੇ ਸੀ। ਦੇਖਦਿਆਂ ਹੀ ਦੇਖਦਿਆਂ ਸਾਲ 1947 ਆ ਪਹੁੰਚਿਆ। ਦੇਸ਼ ਆਜ਼ਾਦ ਹੋ ਗਿਆ। ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਦੇ ਰੂਪ 'ਚ ਸਰਦਾਰ ਪਟੇਲ ਦੇ ਕੁਸ਼ਲ ਨੇਤਰਤਵ ਵਜੋਂ ਦੇਸ਼ ਦੀਆਂ 565 ਰਿਆਸਤਾਂ ਨੂੰ ਭਾਰਤ ਵਿੱਚ ਮਿਲਾਉਣ ਦੀ ਤਿਆਰੀ ਹੋ ਚੁੱਕੀ ਸੀ। ਬਚੀਆਂ ਹੋਈਆਂ ਸੀ ਜੰਮੂ ਕਸ਼ਮੀਰ, ਹੈਦਰਾਬਾਦ ਤੇ ਜੂਨਾਗੜ੍ਹ ਦੀਆਂ ਵੱਡੀਆਂ ਰਿਆਸਤਾਂ, ਜਿਨ੍ਹਾਂ ਨੂੰ ਫੈਸਲਾ ਕਰਨਾ ਬਾਕੀ ਸੀ। 22 ਅਕਤੂਬਰ 1947 ਪਾਕਿਸਤਾਨੀ ਸੈਨਿਕਾਂ ਨੇ ਕਬਾਇਲੀਆਂ ਦੇ ਭੇਸ ਬਣ ਕੇ ਕਸ਼ਮੀਰ ਤੇ ਹਮਲਾ ਕਰ ਦਿੱਤਾ। 250-300 ਟਰੱਕਾਂ 'ਚ ਲਗਭਗ 5000 ਦੁਸ਼ਮਣ। ਮਨਸ਼ਾ ਸਾਫ਼ ਸੀ, ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣਾ। ਅਚਾਨਕ ਕਸ਼ਮੀਰ ਸੁਲਗ ਉੱਠਿਆ। ਪਾਕਿਸਤਾਨ ਨੂੰ ਲੱਗਿਆ ਸੀ ਕਿ ਕਸ਼ਮੀਰ ਨੂੰ ਹਥਿਆਉਣ ਦਾ ਇਸ ਤੋਂ ਵਧੀਆ ਮੌਕਾ ਨਹੀਂ ਮਿਲੂਗਾ। ਮਹਾਰਾਜਾ ਹਰੀ ਸਿੰਘ ਨੇ ਤਦ ਤੱਕ ਭਾਰਤ 'ਚ ਕਸ਼ਮੀਰ ਨੂੰ ਮਿਲਾਉਣ ਦਾ ਫੈਸਲਾ ਨਹੀਂ ਸੀ ਕੀਤਾ। ਅਚਾਨਕ ਹੋਏ ਇਸ ਹਮਲੇ ਤੇ ਕਸ਼ਮੀਰ ਨੂੰ ਬਚਾਉਣ ਲਈ ਉਹਨਾਂ ਨੂੰ ਸੈਨਾ ਦੀ ਮਦਦ ਦੀ ਲੋੜ ਸੀ। ਨਹਿਰੂ ਜੀ ਦੇ ਘਰ ਕਸ਼ਮੀਰ ਨੂੰ ਲੈ ਕੇ ਇੱਕ ਮਹੱਤਵਪੂਰਨ ਮੀਟਿੰਗ ਚੱਲ ਰਹੀ ਸੀ। ਕਸ਼ਮੀਰ ਦੀ ਆਫਤ ਦਾ ਜ਼ਿੰਮੇਦਾਰ ਮਹਾਰਾਜ ਹਰੀ ਸਿੰਘ ਨੇ ਉਹ ਵਕਤੇ ਫੈਸਲਾ ਲੈਣ ਵਿੱਚ ਨਾਕਾਮਯਾਬ ਰਹੇ, ਵਰਨਾ ਹਜ਼ਾਰਾਂ ਮੀਲ ਦੂਰ ਰਾਤੋਂ ਰਾਤ ਫੌਜ ਕਿਵੇਂ ਪਹੁੰਚ ਸਕਦੀ ਹੈ। ਨਹਿਰੂ ਜੀ, ਤੁਸੀਂ ਅਤੇ ਬਾਕੀ ਸਤਿਕਾਰਯੋਗ ਮੈਂਬਰਾਂ ਨੂੰ ਦੱਸਣਾ ਹੈ कि इस बड़ी संकट की घड़ी में ਅਸੀਂ ਕਸ਼ਮੀਰ ਦੇ ਰਾਜਾ ਦੀ ਕਦੋਂ ਅਤੇ ਕਿੰਨੀ ਮਦਦ ਕਰ ਸਕਦੇ ਹਾਂ। ਮਾਊਂਟ ਬੈਟਨ ਜੀ, ਮੈਂ ਫਿਰ ਕਹਿੰਦਾ ਹਾਂ, ਮਹਾਰਾਜ ਹਰੀ ਸਿੰਘ ਇਸ ਹਾਲਤ ਦੇ ਜ਼ਿੰਮੇਵਾਰ ਨੇ। ਉਹਨਾਂ ਨੇ ਦੂਜੇ ਰਾਜੇ ਵਾਂਗ ਭਾਰਤ ਨਾਲ ਜੁੜਨ ਦਾ ਫੈਸਲਾ ਕਿਉਂ ਨਹੀਂ ਕੀਤਾ? ਬਲਦੇਵ ਸਿੰਘ ਜੀ, ਤੁਸੀਂ ਦੱਸੋ, ਹਾਲਤ ਕੀ ਨੇ? ਆਖਰੀ ਖਬਰਾਂ ਮੁਤਾਬਕ ਕਸ਼ਮੀਰ ਦੇ ਰਾਜਾ ਵੱਲੋਂ ਜੋ ਸੂਚਨਾ ਭੇਜੀ ਗਈ ਹੈ ਉਹ ਚਿੰਤਾ ਵਾਲੀ ਹੈ। ਕਸ਼ਮੀਰ 'ਚ ਸੰਕਟ ਦੀ ਸਥਿਤੀ ਪੈਦਾ ਹੋ ਗਈ ਹੈ। ਹੋ ਜ਼ਰਾ ਵਿਸਥਾਰ ਨਾਲ ਦੱਸੋ। ਮਹਾਰਾਜਾ ਹਰੀ ਸਿੰਘ ਦੇ ਸੈਨਿਕਾਂ 'ਚੋਂ ਡੋਗਰਾ ਸੈਨਿਕਾਂ ਨੂੰ ਛੱਡ ਕੇ ਸਾਰੇ ਮੁਸਲਮਾਨ ਸੈਨਿਕ ਬਰੂਦ ਦੀਆਂ ਭਰੀਆਂ ਗੱਡੀਆਂ ਤੇ ਟਰੱਕਾਂ ਸਮੇਤ ਪਾਕਿਸਤਾਨ ਦੀ ਸੈਨਾ ਨਾਲ ਜਾ ਮਿਲੇ ਨੇ। ਓ ਨੋ ਨੋ, ਇਹ ਤਾਂ ਸੈਨਾ ਦਾ ਵਿਦਰੋਹ ਹੈ। ਇਕੱਲਾ ਵਿਦਰੋਹ ਨਹੀਂ, ਵਿਸ਼ਵਾਸਘਾਤ ਹੈ। ਦੇਸ਼ ਧਰੋਹ ਦਾ ਇੱਕ ਕਾਲਾ ਅਧਿਆਇ ਕਹਿਣਾ ਚਾਹੀਦਾ ਹੈ। ਇਸ ਨੂੰ ਮਜ਼ਹਬ ਲਈ ਦੇਸ਼ ਨੂੰ ਧੋਖਾ ਦੇਣਾ ਕਹਿਣਾ ਚਾਹੀਦਾ ਹੈ। ਇਹ ਘਿਨਾਉਣਾ ਕੰਮ ਹੈ। ਤੇ ਹੁਣ ਰਾਜਾ ਹਰੀ ਸਿੰਘ ਦੇ ਨਾਲ ਨਾਲ ਕਸ਼ਮੀਰ ਦੇ ਸਾਰੇ ਸੈਨਿਕ ਤੇ ਪ੍ਰਜਾ ਇਸ ਘੋਰ ਵਿਸ਼ਵਾਸਘਾਤ ਦੀ ਡੂੰਘੀ ਸੱਟ ਨੂੰ ਝੇਲ ਰਹੇ ਨੇ। ਆਖਰੀ ਖਬਰ ਮਿਲਣ ਤੱਕ ਹਾਲਤ ਇਹ ਨੇ ਕਿ ਹਮਲਾਵਰ ਸ਼੍ਰੀਨਗਰ ਤੋਂ ਸਿਰਫ 45 ਮੀਲ ਦੂਰ ਨੇ ਤੇ ਹਮਲਾ ਕਦੇ ਵੀ ਹੋ ਸਕਦਾ ਹੈ। ਓ ਨੋ, ਇਹਨਾਂ ਸਾਰੇ ਹਾਲਾਤ ਲਈ ਰਾਜਾ ਹਰੀ ਸਿੰਘ ਖੁਦ ਜ਼ਿੰਮੇਦਾਰ ਨੇ। ਕਸ਼ਮੀਰ ਹੇਠੋਂ ਦੂਰ ਹੈ, ਰਸਤੇ ਵੀ ਮੁਸ਼ਕਲ ਭਰੇ ਹਨ। ਸਾਡੇ
ਸੈਨਿਕਾਂ ਨੂੰ ਇੱਥੋਂ ਪਹੁੰਚਦੇ ਬਹੁਤ ਦਿਨ ਲੱਗ ਜਾਣਗੇ। ਇਸ ਸਥਿਤੀ 'ਚ ਅਸੀਂ ਕੀ ਕਰ ਸਕਦੇ ਹਾਂ? ਮਾਊਂਟਬੈਟਨ ਜੀ, ਰੱਖਿਆ ਮੰਤਰੀ ਹੋਣ ਦੇ ਨਾਤੇ ਮੇਰਾ ਵਿਚਾਰ ਹੈ ਕਿ ਇਸ ਸੰਕਟ ਦੀ ਘੜੀ 'ਚ ਅਸੀਂ ਜੇ ਰਾਜਾ ਹਰੀ ਸਿੰਘ ਦੇ ਨਾਲ ਨਾ ਖੜੇ ਹੋਏ ਤਾਂ ਕਸ਼ਮੀਰ ਨੂੰ ਹੱਥੋਂ ਜਾਣ ਦਿਆਂਗੇ। ਸਰਦਾਰ ਪਟੇਲ, ਤੁਸੀਂ ਹੀ ਕੋਈ ਸੁਝਾਅ ਦਿਓ, ਕੀ ਕਰਨਾ ਚਾਹੀਦਾ ਹੈ? ਤੋ ਤੁਸੀਂ ਖਾਮੋਸ਼ ਬੈਠੇ ਹੋ, ਪਲੀਜ਼ ਕੋਈ ਰਸਤਾ ਦੱਸੋ। ਪਹਿਲੀ ਗੱਲ, ਕਸ਼ਮੀਰ ਦੀ ਇਸ ਹਾਲਤ ਦੇ ਜ਼ਿੰਮੇਦਾਰ ਸਿਰਫ ਤੇ ਸਿਰਫ ਮਹਾਰਾਜ ਹਰੀ ਸਿੰਘ ਨਹੀਂ ਨੇ, ਨਹਿਰੂ ਜੀ ਨੇ, ਜੋ ਕਸ਼ਮੀਰ ਨੂੰ ਲੈ ਕੇ ਇੰਨਾ ਅਲੱਗ ਮਤ ਅਤੇ ਵਿਚਾਰ ਨਾ ਰੱਖਿਆ ਹੁੰਦਾ ਤਾਂ। ਖੈਰ, ਦੂਜੀ ਗੱਲ, ਕਸ਼ਮੀਰ ਨੂੰ ਭਾਰਤ 'ਚ ਮਿਲਾਉਣਾ ਚਾਹੁੰਦੇ ਹੋ ਤਾਂ ਕਸ਼ਮੀਰ ਨੂੰ ਬਚਾਉਣਾ ਹੀ ਪਊਗਾ, ਹੋਰ ਕੋਈ ਹੱਲ ਹੀ ਨਹੀਂ ਇਸ ਦਾ। ਪਰ ਸਰਦਾਰ ਪਟੇਲ, ਇਹ ਹੋਗਾ ਕਿਸ ਤਰ੍ਹਾਂ? ਇੱਥੇ ਆਉਣ ਤੋਂ ਪਹਿਲਾਂ ਜਹਾਜ਼ਰਾਨੀ ਮੰਤਰਾਲੇ ਨੂੰ ਸਾਰੇ ਜ਼ਰੂਰੀ ਹੁਕਮ ਜਾਰੀ ਕਰ ਦਿੱਤੇ ਨੇ। ਇਸ ਮੰਤਰਾਲੇ ਦੇ 210 ਜਹਾਜ਼ ਬਾਰੂਦ, ਹਥਿਆਰ ਅਤੇ ਸੈਨਿਕਾਂ ਨੂੰ ਲੈ ਕੇ ਪਾਲਮ ਹਵਾਈ ਅੱਡੇ ਤੋਂ ਸ਼੍ਰੀਨਗਰ ਲਈ ਉਡਾਨ ਭਰਨਗੇ। ਜਹਾਜ਼ ਰਾਤ ਦਿਨ ਸੈਨਿਕਾਂ ਨੂੰ ਸ਼੍ਰੀਨਗਰ ਪਹੁੰਚਾਉਣ ਦੇ ਲਈ ਚੱਕਰ ਲਗਾਉਣਗੇ। ਕਸ਼ਮੀਰ ਭਾਰਤ ਦਾ ਹੈ। ਭਾਰਤ ਦੀ ਇੱਕ ਇੰਚ ਜ਼ਮੀਨ ਦੀ ਰੱਖਿਆ ਦੀ ਜ਼ਿੰਮੇਦਾਰੀ ਸਾਡੀ ਹੈ। ਇਸ ਲਈ ਕਿੰਤੂ ਪਰੰਤੂ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਇਹ ਸਾਡਾ ਧਰਮ ਹੈ, ਰਾਸ਼ਟਰੀ ਕਰਤੱਵ ਹੈ। ਕਿਸੇ ਵੀ ਤਰ੍ਹਾਂ ਦੇ ਸ਼ੱਕ ਜਾਂ ਤਰਕ ਬਿਤਰਕ ਦੀ ਕੋਈ ਜਗ੍ਹਾ ਨਹੀਂ ਹੈ। ਇਹ ਰਾਸ਼ਟਰ ਧਰਮ ਦੀ ਪਾਲਣਾ ਕਰਨੀ ਹੀ ਪੈਣੀ ਹੈ। ਇਸ ਤਰ੍ਹਾਂ ਸਰਦਾਰ ਪਟੇਲ ਦੇ ਸੰਕਲਪ ਸਦਕੇ ਰਾਸ਼ਟਰ ਦੇ ਪ੍ਰਤੀ ਉਹਨਾਂ ਦੀ ਨਿਸ਼ਠਾ ਤੇ ਮਨੋਬਲ ਕਾਰਨ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਬਚ ਗਈ। ਪਾਕਿਸਤਾਨੀ ਸੈਨਿਕਾਂ ਨੂੰ ਉਲਟੇ ਪੈਰ ਭੱਜਣਾ ਪਿਆ। ਸਮਝੌਤਾ ਹੋਇਆ। ਮਹਾਰਾਜ ਹਰੀ ਸਿੰਘ ਅਤੇ ਭਾਰਤ ਸਰਕਾਰ ਵਿਚਾਲੇ ਤੇ ਕਸ਼ਮੀਰ ਜੁੜ ਗਿਆ ਭਾਰਤ ਨਾਲ। ਪਰ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਅੱਜ ਵੀ ਪਾਕਿਸਤਾਨ ਦੇ ਕਬਜ਼ੇ 'ਚ ਹੈ ਤੇ ਕਿਸੇ ਨਿਰਣਾਇਕ ਫੈਸਲੇ ਦੀ ਉਡੀਕ ਕਰ ਰਿਹਾ ਹੈ। ਕਸ਼ਮੀਰ ਤੋਂ ਬਾਅਦ ਜੂਨਾਗੜ੍ਹ ਦਾ ਵੀ ਭਾਰਤ 'ਚ ਮਿਲਾਨ ਹੋ ਗਿਆ। ਇਸ ਦੀ ਕਹਾਣੀ ਵੀ ਬੜੀ ਰੋਚਕ ਹੈ। ਇਸ ਨੂੰ ਮਿਲਾਉਣ ਵਿੱਚ ਵੀ ਸਰਦਾਰ ਪਟੇਲ ਦਾ ਬਹੁਤ ਵੱਡਾ ਹੱਥ ਸੀ। ਹੁਣ ਬਾਰੀ ਸੀ ਹੈਦਰਾਬਾਦ ਰਿਆਸਤ ਦੀ। ਸਨ 1947 ਦਾ ਨਵੰਬਰ ਮਹੀਨਾ, ਰਾਤ ਦਾ ਸਮਾਂ ਸੀ। ਦਿੱਲੀ 'ਚ ਭਾਰਤ ਦੇ ਗ੍ਰਹਿ ਮੰਤਰੀ ਦੇ ਘਰ ਮੀਟਿੰਗ ਚੱਲ ਰਹੀ ਸੀ। ਸਰਦਾਰ ਪਟੇਲ ਦੇ ਸਾਹਮਣੇ ਸੀ ਹੋਮ ਸੈਕਟਰੀ ਵੀਪੀ ਮੈਨਨ। ਦੇਸੀ ਰਿਆਸਤਾਂ ਨੂੰ ਭਾਰਤ ਦਾ ਹਿੱਸਾ ਬਣਾਉਣ ਦਾ ਕੰਮ ਮੈਨੂੰ ਸੌਂਪਿਆ ਗਿਆ ਸੀ, ਸਿਵਾਏ ਕਸ਼ਮੀਰ ਦੇ। ਨਹਿਰੂ ਜੀ ਨੇ ਕਿਹਾ ਸੀ, ਕਸ਼ਮੀਰ ਨੂੰ ਮੇਰੇ ਤੇ ਛੱਡ ਦਿਓ, ਮੈਂ ਦੇਖ ਲਵਾਂਗਾ। ਦੇਖ ਲਿਆ ਨਾ ਕੀ ਹੋਇਆ ਉੱਥੇ। ਖੈਰ, ਬਾਕੀ ਦੀਆਂ ਸਾਰੀਆਂ ਰਿਆਸਤਾਂ ਖੁਸ਼ੀ-ਖੁਸ਼ੀ ਅਖੰਡ ਭਾਰਤ ਨਾਲ ਜੁੜ ਗਈਆਂ। ਥੋੜੀ ਬਹੁਤ ਉਠਾ ਪਟਕ ਤੋਂ ਬਾਅਦ ਜੂਨਾਗੜ੍ਹ ਵੀ ਹੁਣ ਭਾਰਤ ਦਾ ਹਿੱਸਾ ਬਣ ਗਿਆ ਤੇ ਹੁਣ ਬਚਿਆ ਹੈਦਰਾਬਾਦ, ਜੋ ਆਜ਼ਾਦ ਰਿਆਸਤ ਬਣਿਆ ਰਹਿਣਾ ਚਾਹੁੰਦਾ ਹੈ। ਭਾਰਤ ਵਿੱਚ ਇੱਕ ਪਾਕਿਸਤਾਨ ਪ੍ਰਸਤ ਆਜ਼ਾਦ ਰਾਜ ਦੇ ਰੂਪ ਵਿੱਚ ਨਹੀਂ, ਇਹ ਕਦੇ ਨਹੀਂ ਹੋ ਸਕਦਾ। ਮੈਂ ਹੈਦਰਾਬਾਦ ਦੇ ਨਿਜ਼ਾਮ ਨੂੰ ਕਈ ਵਾਰ ਸਮਝਾਇਆ,
ਪਰ ਉਹ ਮੰਨਣ ਲਈ ਤਿਆਰ ਹੀ ਨਹੀਂ ਹੈ। ਉਸ ਦੀ ਸੈਨਾ 'ਚ ਫੁੱਟ ਪੈ ਗਈ ਹੈ। ਸ਼ੋਇਬੁੱਲਾ ਖਾਨ ਨਾਂ ਦਾ ਨੇਤਾ ਭਾਰਤ ਨਾਲ ਜੁੜਨਾ ਚਾਹੁੰਦਾ ਸੀ, ਪਰ ਉਸ ਦਾ ਕਤਲ ਕਰਵਾ ਦਿੱਤਾ ਕੱਟੜ ਮੁਸਲਮਾਨੀ ਨੇਤਾ ਕਾਸਿਮ ਰਿਜ਼ਵੀ ਨੇ। ਉਹ ਮੈਨੂੰ ਵੀ ਸਮਝਾਉਂਦਾ ਹੈ ਕਿ ਹੈਦਰਾਬਾਦ ਆਜ਼ਾਦ ਰਾਜ ਬਣਿਆ ਰਹੂਗਾ। ਮੈਂ ਕਹਿ ਦਿੱਤਾ, ਨਹੀਂ, ਅਜਿਹਾ ਕੁਝ ਨਹੀਂ ਹੋਣ ਵਾਲਾ। ਗੁੱਸੇ ਵਿੱਚ ਹੁਣ ਉਹ ਉਸਮਾਨਾਬਾਦ ਅਤੇ ਲਾਤੂਰ ਆਦਿ ਥਾਵਾਂ ਤੇ ਹਿੰਦੂਆਂ ਤੇ ਜ਼ੁਲਮ ਕਰ ਰਿਹਾ ਹੈ, ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਰਿਹਾ ਹੈ ਤੇ ਨਿਜ਼ਾਮ ਬੈਠ ਕੇ ਤਮਾਸ਼ਾ ਵੇਖ ਰਿਹਾ ਹੈ। ਰਿਜ਼ਵੀ ਨੂੰ ਗੁਮਾਨ ਸੀ ਕਿ ਮੁਸਲਮਾਨ ਹਿੰਦੂਆਂ ਤੇ ਰਾਜ ਕਰਨ ਲਈ ਬਣੇ ਨੇ ਅਤੇ ਮੁਗਲਾਂ ਦਾ ਰਾਜ ਫਿਰ ਤੋਂ ਆਊਗਾ, ਪਰ ਮੈਂ ਹੁਣ ਇਹ ਨਹੀਂ ਹੋਣ ਦਿਆਂਗਾ। ਇਹ ਤਾਂ ਹੁਣ ਤੋਂ ਰਿਹਾ। ਸਰ, ਹੈਦਰਾਬਾਦ ਦਾ ਫੈਸਲਾ ਕਰਨ ਦਾ ਸਮਾਂ ਆ ਗਿਆ ਜੀ। ਜੂਨਾਗੜ੍ਹ ਦੇ ਨਵਾਬ ਦੇ ਫੈਸਲੇ ਨੂੰ ਦੇਖ ਕੇ ਵੀ ਹੈਦਰਾਬਾਦ ਦਾ ਨਿਜ਼ਾਮ ਪ੍ਰਜਾ ਦੇ ਹਿੱਤ 'ਚ ਫੈਸਲਾ ਲੈ ਨਹੀਂ ਸਕੇ ਹਨ ਮੈਨਨ ਜੀ। ਪਰ ਸਮੱਸਿਆ ਤਾਂ ਮੁਹੰਮਦ ਕਾਸਿਮ ਰਿਜ਼ਵੀ ਹੈ ਤੇ ਅਸਲ ਸੱਚਾਈ ਹੈ ਕਿ ਨਿਜ਼ਾਮ ਕੋਲ ਉਸ ਨਾਲ ਟਕਰਾਉਣ ਦੀ ਨਾ ਤਾਂ ਇੱਛਾ ਸ਼ਕਤੀ ਹੈ ਤੇ ਨਾ ਹੀ ਹਿੰਮਤ। ਸਰ, ਜੋਧਪੁਰ ਦੇ ਮਹਾਰਾਜਾ ਹਨੂਮੰਤ ਸਿੰਘ ਵੀ ਭਾਰਤ 'ਚ ਜੁੜ ਗਏ ਨੇ। ਚਲੋ ਦੇਰ ਨਾਲ ਹੀ ਸਹੀ, ਪਰ ਸਮਝ ਤਾਂ ਗਏ। ਜੂਨਾਗੜ੍ਹ ਦੀ ਘਟਨਾ ਤੋਂ ਬਾਅਦ ਵੀ ਨਿਜ਼ਾਮ ਦੀਆਂ ਅੱਖਾਂ ਨਹੀਂ ਖੁੱਲ ਰਹੀਆਂ। ਜਦ ਪਾਕਿਸਤਾਨ ਬਣਾਉਣ ਦੀ ਮੰਗ ਮੰਨੀ ਗਈ ਸੀ, ਮੈਂ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਜਿੰਨਾ ਗਿਆ ਹੈ ਉਸ ਤੋਂ ਦੁੱਗਣਾ ਮੈਂ ਦੇਸੀ ਰਿਆਸਤਾਂ ਨੂੰ ਭਾਰਤ ਨਾਲ ਜੋੜ ਕੇ ਵਾਪਸ ਲਿਆਵਾਂਗਾ। ਪਿਛਲੇ ਦਿਨੀ ਜਦੋਂ ਮੈਂ ਦੇਹਰਾਦੂਨ 'ਚ ਸੀ ਤਾਂ ਮਾਊਂਟ ਬੈਟਨ ਅਤੇ ਜਵਾਹਰ ਲਾਲ ਜੀ ਮੇਰੀ ਸਿਹਤ ਦਾ ਹਾਲ ਚਾਲ ਪੁੱਛਣ ਆਏ ਸੀ, ਪਰ ਸੱਚ ਤਾਂ ਇਹ ਹੈ ਕਿ ਉਹ ਮੈਨੂੰ ਨਿਜ਼ਾਮ ਦੀਆਂ ਕਰੜੀਆਂ ਮੰਗਾਂ ਮੰਨ ਲੈਣ ਲਈ ਮਨਾਉਣ ਆਏ ਸੀ। ਪਟੇਲ ਸਾਹਿਬ, ਉਸ ਮੁਲਾਕਾਤ ਦਾ ਤਾਂ ਪਤਾ ਹੈ, ਪਰ ਤੁਹਾਡੇ ਨਾਲ ਕੀ ਗੱਲ ਹੋਈ ਇਹ ਮੈਂ ਨਹੀਂ ਜਾਣਦਾ। ਮੈਂ ਨਿਜ਼ਾਮ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਅਤੇ ਮਤੇ ਤੇ ਹਸਤਾਖਰ ਵੀ ਕਰ ਦਿੱਤੇ। ਹਾਂ, ਪਰ ਉੱਥੇ ਪੁਲਿਸ ਸਾਡੀ ਰਹੇਗੀ। ਸਰ, ਇੰਨੇ ਦਿਨਾਂ ਤੋਂ ਮੈਂ ਤੁਹਾਡੇ ਨਾਲ ਹਾਂ, ਪਰ ਤੁਹਾਡੇ ਇਸ ਫੈਸਲੇ ਦੇ ਪੱਖ 'ਚ ਨਹੀਂ ਜੇ ਮੈਂ। ਕਰਨਾ ਪਿਆ, ਪਰ ਕੁਝ ਸੋਚ ਕੇ ਹੀ ਤਾਂ ਕੀਤਾ ਹੈ। ਲਾਰਡ ਮਾਊਂਟ ਬੈਟਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਦੇ ਲਿਹਾਜ਼ ਕਰਨ ਲਈ ਨਹੀਂ ਕੀਤਾ। ਮੈਨਨ, ਬਹੁਤ ਜਲਦੀ ਲਾਰਡ ਮਾਊਂਟ ਬੈਟਨ ਭਾਰਤ ਛੱਡ ਕੇ ਜਾਣ ਵਾਲੇ ਨੇ। ਉਸ ਤੋਂ ਬਾਅਦ ਕੀ ਹੋਣਾ ਹੈ, ਕੀ ਕਰਨਾ ਹੈ, ਇਸ ਦੀ ਯੋਜਨਾ ਮੈਂ ਬਣਾ ਚੁੱਕਿਆ। ਕੁਝ ਸਮਝਿਆ ਨਹੀਂ ਸਰ ਮੈਂ। ਮੈਨਨ, ਮੁਹੰਮਦ ਕਾਸਿਮ ਰਿਜ਼ਵੀ ਨਾਲ ਜਦ ਦਿੱਲੀ 'ਚ ਮੁਲਾਕਾਤ ਹੋਈ, ਉਦੋਂ ਹੀ ਮੈਂ ਉਸ ਨੂੰ ਪਰਖ ਲਿਆ ਸੀ। ਜਿੱਥੇ ਜੋਸ਼ ਹੁੰਦਾ ਹੈ ਉੱਥੇ ਹੋਸ਼ ਨਹੀਂ ਹੁੰਦਾ। ਪਰ ਸਰ, ਉਹ ਲੜਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਜ਼ਵੀ ਦੀ ਗੈਰ ਕਾਨੂੰਨੀ ਸੈਨਾ ਦਾ ਹਿੰਦੂਆਂ ਤੇ ਜ਼ੁਲਮ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ। ਖਬਰ ਇਹ ਵੀ ਹੈ ਕਿ ਹੈਦਰਾਬਾਦ 'ਚ ਜਹਾਜ਼ਾਂ ਰਾਹੀਂ ਲੜਾਕੂ ਹਥਿਆਰ ਪਹੁੰਚ ਰਹੇ ਨੇ ਤੇ ਸਾਨੂੰ ਛੇਤੀ ਕੁਝ ਕਰਨਾ ਪਊਗਾ। ਮੈਨਨ, ਰਾਤ ਕਾਫੀ ਹੋ ਗਈ ਹੈ। ਕਿੰਨੇ ਵਜੇ ਨੇ? 11:40 ਹੋ ਗਏ ਜੇ। 11:40। ਮੈਨਨ, ਰਾਜਗੋਪਾਲ ਜੀ ਨੂੰ ਫੋਨ ਲਗਾਓ, ਗੱਲ ਕਰਨੀ ਹੈ ਮੈਂ। ਸਰ, ਇਸ ਸਮੇਂ? ਹੁਣ 1 ਮਿੰਟ ਵੀ ਦੇਰ ਨਹੀਂ ਕਰਨਾ ਚਾਹੁੰਦਾ ਮੈਂ। ਫੈਸਲਾ ਕਰਨਾ ਹੀ ਹੋਊਗਾ। ਫੋਨ ਲਗਾਓ। ਲਓ ਸਰ, ਲਓ, ਮਿਲ ਗਿਆ ਜੇ ਨੰਬਰ। ਹੈਲੋ, ਰਾਜਗੋਪਾਲ ਜੀ, ਤੁਹਾਡੀ ਪਾਰਟੀ ਕਿੱਦਾਂ ਚੱਲ ਰਹੀ ਹੈ ਜੀ? ਇੱਕ ਬੇਨਤੀ ਹੈ, ਨਹਿਰੂ ਜੀ ਨੂੰ ਉੱਥੇ ਹੀ ਰੋਕ ਕੇ ਰੱਖੋ। ਹੁਣੇ ਹੀ ਦੱਸਣ ਦਾ ਸਮਾਂ ਨਹੀਂ।
ਯਾਦ ਰੱਖਣਾ, ਕਿਸੇ ਵੀ ਹਾਲਤ 'ਚ ਨਹਿਰੂ ਜੀ ਇੱਥੋਂ 12:15 ਵਜੇ ਤੋਂ ਪਹਿਲਾਂ ਨਿਕਲਣੇ ਨਹੀਂ ਚਾਹੀਦੇ। ਅੱਜ ਤੱਕ ਆਪਣੇ ਲਈ ਕੁਝ ਨਹੀਂ ਕੀਤਾ, ਦੇਸ਼ ਵਾਸਤੇ ਕੀਤਾ ਹੈ। ਕਾਰਨ ਕੱਲ ਦੱਸਾਂਗਾ, ਅੱਜ ਬਸ ਇੰਨਾ ਹੀ ਕਰ ਦਿਓ ਜੀ। ਬਹੁਤ ਬਹੁਤ ਧੰਨਵਾਦ। ਮੈਨਨ, ਹੁਣ ਦੂਜਾ ਫੋਨ ਲਗਾਓ। ਕੀ ਕਰਨਾ ਹੈ ਇਹ ਮੈਂ ਸਮਝ ਗਿਆ ਸਰ। ਇਸ ਆਪਰੇਸ਼ਨ ਦਾ ਨਾਂ ਹੋਏਗਾ ਆਪਰੇਸ਼ਨ ਪੋਲੋ। ਸੈਨਾ ਨੂੰ ਤਿਆਰ ਕਰੋ। ਸਲਾਹ ਮਸ਼ਵਰੇ ਵਿੱਚ ਸਮਾਂ ਗਵਾਉਣ ਦਾ ਕੋਈ ਮਤਲਬ ਨਹੀਂ। ਪਰ ਕੀ ਪ੍ਰਧਾਨ ਮੰਤਰੀ ਨਹਿਰੂ ਜੀ ਸਹਿਮਤ ਹੋਣਗੇ? ਮੈਨਨ, ਯਾਦ ਰੱਖੋ, ਮੈਂ ਗ੍ਰਹਿ ਮੰਤਰੀ ਹਾਂ। ਕੁਝ ਕੁ ਫੈਸਲੇ ਮੈਨੂੰ ਖੁਦ ਵੀ ਲੈਣੇ ਹੁੰਦੇ ਨੇ। ਉਸ ਵਾਸਤੇ ਮੈਨੂੰ ਕਿਸੇ ਨੂੰ ਵੀ ਪੁੱਛਣ ਦੀ ਲੋੜ ਨਹੀਂ ਹੈ। ਹੁਣ ਹੈਦਰਾਬਾਦ ਤੇ ਹਮਲਾ ਕਰਨ ਲਈ ਇੱਕ ਪਲ ਵੀ ਗਵਾਉਣਾ ਨਹੀਂ ਚਾਹੁੰਦਾ ਹਾਂ। ਮੈਨਨ, ਇੱਕ ਕੰਮ ਕਰੋ। ਜੀ ਕਹੋ ਜੀ। ਤੁਸੀਂ ਠੀਕ 11:15 ਵਜੇ ਪਾਰਟੀ 'ਚ ਪਹੁੰਚ ਜਾਣਾ। ਜਵਾਹਰ ਲਾਲ ਜੀ ਨੂੰ ਰੋਕਣ ਦੀ ਜ਼ਿੰਮੇਵਾਰੀ ਰਾਜਗੋਪਾਲ ਜੀ ਨੂੰ ਦਿੱਤੀ ਹੈ। ਜਵਾਹਰ ਲਾਲ ਜੀ ਨੂੰ ਮਿਲਣਾ, ਜਵਾਹਰ ਲਾਲ ਤੁਹਾਨੂੰ ਯੋਜਨਾ ਸਮਝਾਉਣ ਲਈ ਕਹਿਣਗੇ, ਸਮਝਾ ਦੇਣਾ, ਪਰ ਵਿਸਥਾਰ ਨਾਲ, ਹੌਲੀ ਹੌਲੀ, ਸਮਾਂ ਪੂਰਾ ਲੈਣਾ। ਫਿਰ ਉਹ ਪੁੱਛਣਗੇ, ਹੁਣੇ ਹੀ ਸੈਨਾ ਨੂੰ ਰੋਕਿਆ ਨਹੀਂ ਜਾ ਸਕਦਾ? ਤਾਂ ਫਿਰ ਤੁਸੀਂ ਘੜੀ ਵੇਖ ਕੇ ਕਹਿਣਾ, 12 ਵੱਜ ਗਏ ਨੇ ਜੀ, ਹੁਣ ਤਾਂ ਕੁਝ ਨਹੀਂ ਹੋ ਸਕੇਗਾ। ਆਦੇਸ਼ ਮੁਤਾਬਕ ਸੈਨਾ ਕੂਚ ਕਰ ਚੁੱਕੀ ਹੋਵੇਗੀ। ਹੈਦਰਾਬਾਦ ਤੇ ਫੌਜ ਦਾ ਹਮਲਾ, ਇੰਨਾ ਵੱਡਾ ਫੈਸਲਾ, ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਸ ਦੀ ਜਾਣਕਾਰੀ ਤੱਕ ਨਹੀਂ। ਕੀ ਇਹ ਸਹੀ ਹੈ? ਬਿਲਕੁਲ ਠੀਕ ਨਹੀਂ ਹੈ ਜਵਾਹਰ ਲਾਲ ਜੀ, ਪਰ ਰਾਸ਼ਟਰ ਹਿੱਤ 'ਚ ਕੁਝ ਫੈਸਲੇ ਬਹੁਤ ਛੇਤੀ ਕਰਨੇ ਪੈਂਦੇ ਨੇ। ਉਸ ਚੱਕਰ 'ਚ ਕੁਝ ਰਿਵਾਇਤਾਂ ਨਿਭਾਉਣ 'ਚ ਕਮੀ ਰਹਿ ਜਾਂਦੀ ਹੈ। ਕੁਝ ਨਿਯਮਾਂ ਦੀ ਪਾਲਣਾ 'ਚ ਕੁਤਾਹੀ ਹੋਣਾ ਵੀ ਸੰਭਵ ਹੈ ਜੀ। ਪਰ ਮੈਂ ਇਹ ਪੁੱਛਣਾ ਚਾਹੁੰਦਾ, ਤੁਸੀਂ ਇੰਨੀ ਵੱਡੀ ਯੋਜਨਾ ਮੈਨੂੰ ਹਨੇਰੇ ਵਿੱਚ ਰੱਖ ਕੇ ਕਿਵੇਂ ਬਣਾ ਸਕਦੇ ਹੋ? ਜਵਾਹਰ ਜੀ, ਸੁਤੰਤਰ ਰਾਸ਼ਟਰ ਦੇ ਇੱਕ ਜ਼ਿੰਮੇਦਾਰ ਗ੍ਰਹਿ ਮੰਤਰੀ ਦੇ ਰੂਪ 'ਚ ਆਪਣੇ ਫਰਜ਼ ਦੀ ਮਰਿਆਦਾ 'ਚ ਰਹਿ ਕੇ ਜੇ ਮੈਂ ਰਾਸ਼ਟਰ ਹਿੱਤ 'ਚ ਕੁਝ ਫੈਸਲੇ ਕਰਦਾ ਜਾਂ ਕਰਾਂ ਤਾਂ ਉਸ ਵਿੱਚ ਤੁਹਾਡੀ ਸਹਿਮਤੀ ਹੋਊਗੀ। ਅਜਿਹਾ ਮੇਰਾ ਵਿਸ਼ਵਾਸ ਸੀ, ਹੈ ਤੇ ਰਹੇਗਾ। ਲੇਕਿਨ ਉਸ ਬਾਰੇ ਦੱਸਣਾ ਤਾਂ ਚਾਹੀਦਾ ਸੀ ਨਾ। ਹਾਂ, ਅਜਿਹੀ ਚਾਹਤ ਤਾਂ ਕਿਸੇ ਤਨਖਾਹੀ ਨੌਕਰ ਤੋਂ ਹੀ ਰੱਖੀ ਜਾ ਸਕਦੀ ਹੈ ਅਤੇ ਵਾਜਿਬ ਵੀ ਹੈ। ਅਸੀਂ ਸਾਥੀ ਹਾਂ ਨਾ। ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਛੋਟਾ ਹੋ ਸਕਦਾ ਹੈ, ਫਰਜ਼ ਨਿਭਾਉਣ ਦੇ ਮੰਤਵ 'ਚ ਨਹੀਂ। ਇਹ ਗੱਲ ਯਾਦ ਦਿਵਾਉਣ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ। ਮਤਲਬ ਤੁਹਾਡੇ ਮਨ ਵਿੱਚ ਕੋਈ ਹੋਰ ਗੱਲ ਵੀ ਦੱਬੀ ਹੈ? ਸਾਫ਼-ਸਾਫ਼ ਕਹੋ। ਆਫਟਰ ਆਲ ਅਸੀਂ ਸੰਸਦੀ ਢੰਗ ਵਾਲੇ ਲੋਕਤੰਤਰ ਵਿੱਚ ਹਾਂ ਪਟੇਲ ਜੀ। ਅਸੀਂ ਭੈੜੇ ਹਾਲਾਤਾਂ 'ਚ ਸ਼ਾਸਕੀ ਰਿਵਾਇਤਾਂ ਤੋਂ ਜ਼ਿਆਦਾ ਮਹੱਤਵ ਸਮਝ ਨੂੰ ਦਿੱਤਾ ਹੈ। ਤਾਂ ਹੁਣ ਜਦ ਤੁਸੀਂ ਮੈਨੂੰ ਲੋਕਤੰਤਰ ਪਰੰਪਰਾ ਵਾਲੀ ਰੀਤ ਦੀ ਯਾਦ ਦਿਵਾ ਹੀ ਰਹੇ ਹੋ ਤਾਂ ਮੈਨੂੰ ਜ਼ਰੂਰ ਕਹਿਣਾ ਹੋਊਗਾ ਕਿ ਜ਼ਰੂਰ ਕਹੋ, ਪਰ ਇਹ ਵੀ ਯਾਦ ਰੱਖੋ ਪ੍ਰਧਾਨ ਮੰਤਰੀ ਦੇ ਅਧਿਕਾਰ ਕਿੰਨੇ ਵੱਡੇ ਤੇ ਅਹਿਮ ਹੁੰਦੇ ਨੇ। ਸ਼ਾਇਦ ਤੁਸੀਂ ਭੁੱਲ ਗਏ ਜਵਾਹਰ ਲਾਲ ਜੀ, ਪ੍ਰਧਾਨ ਮੰਤਰੀ ਪਦ ਦੀ ਚੋਣ ਵੇਲੇ ਤੁਹਾਨੂੰ ਕਿਸੇ ਵੀ ਪ੍ਰਾਂਤੀ ਸਮਿਤੀ ਦਾ ਸਮਰਥਨ ਪ੍ਰਾਪਤ ਨਹੀਂ ਸੀ। ਸਿਰਫ ਕਾਰਜ ਸਮਿਤੀ ਨੇ ਤੁਹਾਡੇ ਨਾਂ ਦਾ ਪ੍ਰਸਤਾਵ ਕੀਤਾ ਸੀ। ਮੇਰੇ ਪੱਖ 'ਚ 15 ਚੋਂ 12 ਪ੍ਰਾਂਤੀ ਸਮਿਤੀਆਂ ਨੇ ਪ੍ਰਸਤਾਵ ਦਿੱਤਾ ਸੀ। ਭੁੱਲ ਗਏ ਤੁਸੀਂ?
ਲੇਕਿਨ ਗਾਂਧੀ ਜੀ ਦੀ ਭਾਵਨਾ ਨੂੰ ਆਦੇਸ਼ ਮੰਨ ਕੇ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਗੱਲ ਨੂੰ ਸਵੀਕਾਰ ਕਰ ਲਿਆ। ਉਸ ਵੇਲੇ ਤੁਸੀਂ ਮੈਨੂੰ ਲੋਕਤੰਤਰ ਦੀ ਯਾਦ ਕਿਉਂ ਨਹੀਂ ਕਰਵਾਈ? ਮੈਂ ਜੋ ਵੀ ਫੈਸਲਾ ਲਿਆ ਉਸ ਵਿੱਚ ਮੇਰਾ ਨਿੱਜੀ ਸਵਾਰਥ ਕਿੱਥੇ ਸੀ ਤਾਂ ਸਿਰਫ ਰਾਸ਼ਟਰ ਹਿੱਤ ਅਤੇ ਹੋਰ ਕੁਝ ਵੀ ਨਹੀਂ। ਪਟੇਲ ਜੀ, ਜੇ ਮੈਂ ਤੁਹਾਡੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਤਾਂ ਮੇਰਾ ਇਹ ਮਤਲਬ ਨਹੀਂ ਸੀ, ਪਰ ਮੈਂ ਫਿਰ ਵੀ ਕਹਿਣਾ ਚਾਹਾਂਗਾ, ਮੇਰਾ ਕਹਿਣਾ ਵਾਜਬ ਹੀ ਨਹੀਂ, ਨਿਆਂਪੂਰਨ ਵੀ ਹੈ। ਹੈਦਰਾਬਾਦ ਵਿੱਚ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਸ ਬਾਰੇ ਸਭ ਕੁਝ ਜਾਣਨਾ ਮੇਰਾ ਹੱਕ ਵੀ ਹੈ ਅਤੇ ਅਧਿਕਾਰ ਵੀ। ਸਾਡਾ ਅਸਲੀ ਮਕਸਦ ਦੇਸ਼ ਲਈ ਰਵਾਇਤਾਂ ਨਿਭਾਉਣ ਦੇ ਅਸੂਲਾਂ ਨਾਲ ਬੱਝਿਆ ਹੋਇਆ ਹੈ। ਇਹ ਮੇਰਾ ਮੰਨਣਾ ਹੈ। ਨਿਯਮ, ਸੱਤਾ ਦੀ ਮਰਿਆਦਾ ਅਤੇ ਰਿਵਾਇਤਾਂ ਤੋਂ ਮੈਂ ਵੀ ਅਣਜਾਣ ਨਹੀਂ ਹਾਂ ਜਵਾਹਰ ਲਾਲ ਜੀ। ਜਿਸ ਦਿਨ ਮੈਨੂੰ ਲੱਗੂਗਾ ਕਿ ਤੁਹਾਡੇ ਦਿਲ 'ਚ ਮੇਰੇ ਬਾਰੇ ਕੋਈ ਗਲਤਫਹਿਮੀ ਹੈ ਤਾਂ ਮੈਂ ਉਸੇ ਵੇਲੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਜੇਕਰ ਅਜਿਹਾ ਨਹੀਂ ਕਰ ਸਕਿਆ ਤਾਂ ਮੇਰਾ ਇਸਤੀਫਾ ਤੁਹਾਨੂੰ ਪੁੱਜ ਜਾਏਗਾ। ਹਾਂ, ਜਾਂਦੇ ਜਾਂਦੇ ਵਧਾਈ ਦੇਣਾ ਚਾਹੁੰਦਾ, ਹੈਦਰਾਬਾਦ ਹੁਣ ਭਾਰਤ ਦਾ ਹਿੱਸਾ ਹੋ ਗਿਆ ਹੈ। ਤੁਸੀਂ ਸੱਚਮੁੱਚ ਸਰਦਾਰ